प्रोग्राम टू द पॉइंट देख रहे दर्शकों का स्वागत है। दर्शकों, गल करांगे पंजाब के अज के मसलियां दी, जिन्हां विच सब तो पहला गलबात करांगे आपां, जिसने पूरे पंजाब की पूरे देश दे विच एक तहलका मचा के रख दिता है। तुहानूं दस दईए कि जो पंजाब दे विच यही एक खबर जो फैली है, जो पंजाब दीआं धीआं भैणां दे नाल जुड़ी हुई है। तुहानूं दस दईए कि चंडीगढ़ यूनीवर्सिटी तो यह खबर सामने आई है कि उत्थे दी कुड़ियां दी कुछ अजिही वीडियो वायरल हो गई है, जिस तो बाद माहौल भड़क गया है। तो मुद्दा काफी गंभीर है, काफी बड़ा मुद्दा है। इस ते गलबात करांगे। इस दे नाल ही पंजाब के दूजे बड़े मसले की गलबात करांगे। तो पंजाब सरकार दे वल्लों ऐलान किया गया है कि पंजाब के सरकारी मुलाजमां नूं पेंशन दी जाएगी। इस दिन गलबात नाल ही गलबात करांगे जो विरोधियों वल्लों सरकार के उत्ते पंजाब सरकार ते इल्जाम लगाए गए हैं कि उन्हां वल्लों अपने अपने रिश्तेदारां नूं सरकार दे विच भर्ती किया गया है। इन्हां सारे वड्डे मुद्दों ते गलबात करन लई मेरे नाल अज जुड़े ने यूके तो दलजीत सिंह जी, धन्नवाद साडे नाल जुड़न दे लई। थैंक यू जी, तुहाडा भी बहुत बहुत धन्नवाद सਮਾं देण दे लई। दलजीत सिंह जी, पहले वड्डे अज दे जो मुद्दा है उस ते गलबात करनी बहुत जरूरी हो जाती है। और मुद्दा यह है चंडीगढ़ यूनीवर्सिटी का। थोड़े तो सारियां खबरां पहुंच चुकियां होणगियां, सारा मतलब तुसीं खुद देखिया होना। किवें इस सारे मसले नूं देखदे हो, क्योंकि काफी गंभीर मसला हो जाता है ये। सिर्फ यह मसला हल होना सिर्फ दोषियों को सजा देने तक सीमित नहीं है। वो जो चीज वायरल हुई है वीडियो, उसको किवें कंट्रोल किया जाता है, किवें खत्म किया जा सकता है। तो लगता है कि कुछ निकल सकता है जो असल जो प्रॉब्लम दोषियों को सजा देना नहीं है। जो इस वक्त वीडियो वायरल हुई है उसको किवें कंट्रोल किया जाता है, किवें उसको खत्म किया जा सकता है। जी दलजीत सिंह। देखो, सब तो ਪਹਿਲਾਂ ਤੇ ਅਸੀਂ ਨਿਖੇਧੀ ਕਰਦੇ ਹਾਂ ਇਹ ਜੋ ਘਟਨਾ ਵਾਪਰੀ ਹੈ ਚੰਡੀਗੜ੍ਹ ਯੂਨੀਵਰਸਿਟੀ ਦੇ ਵਿੱਚ ਹੋਸਟਲਾਂ ਦੀ ਇਹ ਘਟਨਾ ਹੈਗੀ ਹੈ, ਜਿੱਥੇ ਇੱਕ ਲੜਕੀ ਵੱਲੋਂ ਆਪਣੇ ਕਿਸੇ ਦੋਸਤ ਦੇ ਨਾਲ ਰਲ ਕੇ ਤੇ ਇਹ ਸਾਰਾ ਕੁਝ ਕੀਤਾ ਗਿਆ। ਇਸ ਘਟਨਾ ਦੀ ਨਿਖੇਧੀ ਜਿੰਨੀ ਹੋ ਸਕੇ ਘੱਟ ਹੈ, ਕਿਉਂਕਿ ਇੱਜ਼ਤ ਆਬਰੂ ਦੀ ਜਦੋਂ ਗੱਲ ਆ ਜਾਂਦੀ ਹੈ ਤੇ ਪੰਜਾਬ ਇਸ ਨੂੰ ਸਭ ਤੋਂ ਪਹਿਲ ਦੇ ਆਧਾਰ ਦੇ ਉੱਤੇ ਲੈਂਦਾ ਹੈ। ਤੇ ਉਹਦੇ ਵਿੱਚ ਜਿਹੜੀਆਂ ਲੜਕੀਆਂ ਜਿਹੜੀਆਂ ਕੁੜੀਆਂ ਪੜ੍ਹਨ ਗਈਆਂ ਹੋਈਆਂ ਇਹਨਾਂ ਯੂਨੀਵਰਸਿਟੀਆਂ ਦੇ ਵਿੱਚ ਹਾਈ ਲੈਵਲ ਦੀ ਐਜੂਕੇਸ਼ਨ ਹਾਸਲ ਕਰਨ ਗਈਆਂ, ਪਰ ਉਹਨਾਂ ਦੇ ਨਾਲ ਜਦੋਂ ਕੋਈ ਇਸ ਤਰ੍ਹਾਂ ਦੀ ਘਟਨਾ ਵਾਪਰ ਜਾਂਦੀ ਹੈ ਤਾਂ ਫਿਰ ਕਈ ਵਾਰੀ ਜ਼ਿੰਦਗੀ ਭਰ ਲਈ ਨਮੋਸ਼ੀ ਦੇ ਵਿੱਚ, ਡਿਪਰੈਸ਼ਨ ਦੇ ਵਿੱਚ ਲੋਕ ਚਲੇ ਜਾਂਦੇ ਆ, ਯਾਨੀ ਕਿ ਉਹ ਕੁੜੀਆਂ ਜਾ ਸਕਦੀਆਂ ਨੇ। ਜਿੱਥੇ ਇਹ ਵੀ ਸਾਨੂੰ ਸੁਣਨ ਦੇ ਵਿੱਚ ਮਿਲਿਆ ਕਿ ਇੱਕ ਕੁੜੀ ਵੱਲੋਂ ਖੁਦਕੁਸ਼ੀ ਦੀ ਕੋਸ਼ਿਸ਼, ਵੈਸੇ ਤਾਂ ਉਹ 8 ਦੱਸ ਰਹੇ ਆ, ਪਰ ਇੱਕ ਦੀ ਵੀਡੀਓ ਜਿਹੜੀ ਸਾਹਮਣੇ ਆਈ ਹੈ ਕਿ ਖੁਦਕੁਸ਼ੀ ਦੀ ਕੋਸ਼ਿਸ਼ ਵੀ ਕੀਤੀ ਗਈ ਹੈ। ਇਹ ਜ਼ਾਹਿਰ ਜੀ ਗੱਲ ਹੈ ਕਿ ਜਦੋਂ ਕੁਝ ਇਸ ਤਰ੍ਹਾਂ ਦੀਆਂ ਤੁਹਾਡੀਆਂ ਅਸ਼ਲੀਲ ਵੀਡੀਓਜ਼ ਵਾਇਰਲ ਹੋ ਜਾਣ ਤਾਂ ਫਿਰ ਉਸ ਤੋਂ ਬਾਅਦ ਜੋ ਮਾਹੌਲ ਜਿਹੜਾ ਹੈਗਾ ਉਹ ਕਿਹੋ ਜਿਹਾ ਬਣ ਜਾਂਦਾ ਹੈ, ਕਿਹੋ ਜਿਹੀ ਆਪ ਬੀਤੀ ਹੁੰਦੀ ਹੈ, ਉਹ ਸਮਾਂ ਕਿਹੋ ਜਿਹਾ ਹੁੰਦਾ ਹੈ। ਸੋ ਜਦੋਂ ਇਹੀ ਚੀਜ਼ਾਂ ਆਪਾਂ ਜਦੋਂ ਦੇਖਦੇ ਹਾਂ ਕਿ ਸਾਡੇ ਪਿਛਲੇ ਦਿਨੀ ਆਪ MLA ਦੀ ਇੱਕ ਅਸ਼ਲੀਲ ਵੀਡੀਓ ਸਾਹਮਣੇ ਆਈ ਸੀ, ਇਹ ਕਿਤੇ ਨਾ ਕਿਤੇ ਆਪਾਂ ਇਹ ਵੀ ਦੇਖ ਲਈਏ ਕਿ ਜਿਹੜੀ ਇੱਜ਼ਤ ਹੁੰਦੀ ਹੈ, ਚਾਹੇ ਮਰਦ ਹੋਵੇ ਚਾਹੇ ਔਰਤ ਹੈ, ਉਹ ਬਰਾਬਰ ਦੀ ਹੁੰਦੀ ਹੈ। ਆਪਣੀ ਇੱਕ ਸੋਚ ਹੁੰਦੀ ਹੈ, ਆਪਣੀ ਇੱਕ ਸੈਲਫ ਰਿਸਪੈਕਟ ਹੁੰਦੀ ਹੈ। ਸੋ ਉਸ ਵੇਲੇ ਵੀ ਇੱਕ ਇਸ ਤਰ੍ਹਾਂ ਦਾ ਮਾਹੌਲ ਬਣ ਗਿਆ ਸੀ। ਜੇਕਰ ਅੱਜ ਅਸੀਂ ਇਸ ਘਟਨਾ ਨੂੰ ਨਿੰਦਦੇ ਹਾਂ ਤਾਂ ਉਸ ਘਟਨਾ ਨੂੰ ਵੀ ਨਿੰਦਣਾ ਚਾਹੀਦਾ ਕਿ ਇਸ ਤਰ੍ਹਾਂ ਦੀਆਂ ਵੀਡੀਓਜ਼ ਜਿਹੜੀਆਂ ਉਹ ਵਾਇਰਲ ਨਹੀਂ ਹੋਣੀਆਂ ਚਾਹੀਦੀਆਂ। ਬਾਕੀ ਗੱਲ ਰਹਿ ਗਈ ਕਿ ਇਸ ਨੂੰ ਕਿਸ ਤਰ੍ਹਾਂ ਰੋਕਿਆ ਜਾ ਸਕਦਾ ਹੈ। ਇਹਦੇ ਲਈ ਕੋਈ ਆਪਾਂ ਕਹਿ ਲਈਏ ਵੀ ਢੁਕਵੇਂ ਸਾਧਨ ਅੱਜ ਸਾਡੇ ਕੋਲ ਮੌਜੂਦ ਨਹੀਂ ਹੈ, ਕਿਉਂਕਿ ਜਦੋਂ ਤੋਂ ਮੋਬਾਈਲ ਫੋਨ ਜਿਹੜੇ ਨੇ ਉਹ ਆਮ ਹੋ ਚੁੱਕੇ ਨੇ ਤੇ ਜਿੱਥੇ ਉਹਦਾ ਫਾਇਦਾ ਲਿਆ ਜਾ ਰਿਹਾ ਉਹਦੀ ਦੁਰਵਰਤੋਂ ਵੀ ਬਹੁਤ ਹੁੰਦੀ ਹੈ। ਦੁਰਵਰਤੋਂ ਇਹੀ ਕੰਮਾਂ ਦੇ ਵਿੱਚ ਜਿਹੜੀ ਆ ਉਹ ਕੀਤੀ ਜਾਂਦੀ ਹੈ। ਇਹ ਤਾਂ ਅਸ਼ਲੀਲ ਵੀਡੀਓ ਦਾ ਮਾਮਲਾ ਹੈ। ਉਸ ਤੋਂ ਇਲਾਵਾ ਜਿਹੜੀਆਂ ਬਲੈਂਕ ਕਾਲਸ ਕਿਸੇ ਨੂੰ ਕਰਨੀਆਂ, ਕਿਸੇ ਕੋਲੋਂ ਫਰੋਤੀ ਮੰਗਣੀ, ਉਸ ਤੋਂ ਬਾਅਦ WhatsApp ਦਾ ਜਿਹੜਾ ਇਸਤੇਮਾਲ ਹੈਗਾ ਉਹ ਗਲਤ ਢੰਗ ਦੇ ਨਾਲ ਕਰਨਾ ਹੈ, ਇਹ ਆਮ ਜਿਹੜਾ ਸਾਡੀ ਸੁਸਾਇਟੀ ਦੇ ਵਿੱਚ ਆ ਗਿਆ। ਜਿੱਥੇ ਚੀਜ਼ ਦੇ ਸਹੀ ਫਾਇਦੇ ਲਏ ਜਾਂਦੇ ਨੇ ਉੱਥੇ ਉਹਦੇ ਨਾਲੋਂ ਡਬਲ ਜਿਹੜੇ ਆ ਉਹ ਗਲਤ ਫਾਇਦੇ ਜਿਹੜੇ ਆ ਉਹ ਲਏ ਜਾਂਦੇ ਆ। ਹੁਣ ਜੇ ਤੁਸੀਂ ਇਹ ਕਹੋ ਕਿ ਇਸ ਘਟਨਾ ਦੇ ਵਿੱਚੋਂ ਕੀ ਨਿਕਲ ਸਕਦਾ, ਤਾਂ ਕੁਝ ਨਹੀਂ ਨਿਕਲਣਾ। ਜੇ ਆਪਾਂ ਕੱਢਣਾ ਚਾਹੀਏ ਤਾਂ ਸਿਰਫ ਤੇ ਸਿਰਫ ਇਹ ਨਿਕਲ ਸਕਦਾ ਕਿ ਇਹ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਫੜਿਆ ਜਾਵੇ, ਕਾਨੂੰਨ ਮੁਤਾਬਕ ਜਿਹੜੀ ਉਹਨਾਂ ਨੂੰ ਸਜ਼ਾ ਦਿੱਤੀ ਜਾਵੇ। ਸਾਈਬਰ ਸੈੱਲ ਜਿਹੜਾ ਹੈਗਾ ਉਹ ਇਨਵੋਲਵ ਆਲਰੇਡੀ ਇਹਦੇ ਵਿੱਚ ਹੋ ਚੁੱਕਿਆ ਤੇ ਉਹਨਾਂ ਨੂੰ ਜਿਹੜਾ ਹੈ ਸਜ਼ਾਵਾਂ ਜਿਹੜੀਆਂ ਨੇ ਉਹ ਦਿੱਤੀਆਂ ਜਾਣ, ਉਸ ਮੁਤਾਬਕ ਜੋ ਸਜ਼ਾ ਜਿਹੜੀ ਆ ਬਣਦੀ ਹੈ। ਬਾਕੀ ਇੱਕ ਵੀਡੀਓ ਮੈਸੇਜ, ਮਾਫ ਕਰਨਾ, ਇੱਕ ਲਿਖਤੀ ਰੂਪ ਦੇ ਵਿੱਚ ਮੈਸੇਜ ਚੱਲ ਰਿਹਾ ਕਿ ਵੀਡੀਓਜ਼ ਜਿਹੜੀਆਂ ਨੇ ਅੱਗੇ ਫਾਰਵਰਡ ਨਾ ਕਰੋ। ਸੋ ਇਹੀ ਇੱਕ ਢੰਗ ਹੈਗਾ ਕਿ ਸਾਡੇ ਆਮ ਲੋਕ ਇਹ ਸਮਝ ਚੁੱਕੇ ਨੇ ਕਿ ਉਹ ਵੀਡੀਓ ਫਾਰਵਰਡ ਨਹੀਂ ਕਰਦੇ ਤਾਂ ਆਪਾਂ ਕਿਤੇ ਨਾ ਕਿਤੇ ਇਹਨੂੰ ਠੱਲ ਪਾ ਸਕਦੇ ਹਾਂ। ਦੂਜੀ ਗੱਲ ਜਿਹੜੀ ਰਹਿ ਗਈ ਕਿ ਵੈਬਸਾਈਟ ਜਿਹੜੀ ਇੰਟਰਨੈਟ ਦੇ ਉੱਤੇ ਬਹੁਤ ਸਾਰੀਆਂ ਅਸ਼ਲੀਲ ਸਾਈਟਾਂ ਹੁੰਦੀਆਂ ਜਿਹਦੇ ਉੱਤੇ ਇਹਨਾਂ ਨੂੰ ਚੜਾ ਦਿੱਤਾ ਜਾਂਦਾ ਹੈ। ਇਹ ਜਿਹੜੀਆਂ ਫਿਰ ਉਹ ਉੱਥੇ ਸਦਾ ਰਹਿ ਜਾਂਦੀਆਂ ਤੇ ਇਹਦਾ ਇਹੀ ਹੁੰਦਾ ਹੈ ਜਦੋਂ ਸਾਈਬਰ ਜਿਹੜਾ ਕ੍ਰਾਈਮ ਜਿਹੜਾ ਡਿਪਾਰਟਮੈਂਟ ਹੈਗਾ ਉਹ ਆਪਣੇ ਤਰੀਕੇ ਦੇ ਨਾਲ
ਇਹਨਾਂ ਸਾਈਟਾਂ ਤੱਕ ਪਹੁੰਚ ਕਰ ਸਕਦਾ, ਇਹਨਾਂ ਸਾਈਟਾਂ ਦੇ ਉੱਤੇ ਪਾਬੰਦੀ ਲਵਾ ਸਕਦਾ, ਵੀਡੀਓਜ਼ ਜਿਹੜੀਆਂ ਨੇ ਉਹ ਡਿਲੀਟ ਹੋ ਸਕਦੀਆਂ ਨੇ। ਪਰ ਜਦੋਂ ਇਹੋ ਜਿਹੀਆਂ ਘਟਨਾਵਾਂ ਹੋ ਜਾਂਦੀਆਂ ਨੇ ਸਮਾਜ ਦੇ ਵਿੱਚ ਤੇ ਬੜੀ ਜਿਹੜੀ ਕਹਿ ਲਈਏ ਵੀ ਵੱਡੀ ਇੱਕ ਹਾਲਾਵਾਲਾ ਜਿਹੜੀ ਆ ਉਹ ਮਚ ਜਾਂਦੀ ਹੈ, ਜੋ ਕਿ ਮਚੀ ਵੀ ਹੋਈ ਹੈ। ਤੇ ਇਹ ਘਟਨਾ ਪਹਿਲੀ ਨਹੀਂ ਹੈ, ਮੈਂ ਤੁਹਾਨੂੰ ਦੱਸ ਦਿੰਦਾ ਕਿ ਬਹੁਤ ਸਾਰੀਆਂ ਲੜਕੀਆਂ ਦੀਆਂ ਇੱਜ਼ਤਾਂ ਦੇ ਨਾਲ ਖਿਲਵਾੜ ਆਲਰੇਡੀ ਹੋ ਚੁੱਕਿਆ ਪਿਛਲੇ ਸਮੇਂ ਦੇ ਵਿੱਚ, ਤੇ ਬਹੁਤ ਸਾਰੀਆਂ ਜਿਹੜੀਆਂ ਲੜਕੀਆਂ ਨੇ ਉਹ ਖੁਦਕੁਸ਼ੀ ਕਰ ਵੀ ਚੁੱਕੀਆਂ। ਇਹ ਕੋਈ ਨਵੀਂ ਚੀਜ਼ ਨਹੀਂ ਹੈ, ਪਰ ਇਹਨੂੰ ਠੱਲਣਾ ਜਿਹੜਾ ਹੈ ਉਹ ਮੈਨੂੰ ਲੱਗਦਾ ਪੂਰਨ ਤੌਰ ਦੇ ਉੱਤੇ ਸਾਡੇ ਹੱਥ ਵੱਸ ਨਹੀਂ ਹੈ, ਸਾਈਬਰ ਸੈੱਲ ਦੇ ਹੱਥ ਵਿੱਚ ਵੀ ਨਹੀਂ ਹੈ, ਕਿਉਂਕਿ ਜਦੋਂ ਕ੍ਰਾਈਮ ਹੋ ਜਾਂਦਾ ਹੈ ਸਾਈਬਰ ਸੈੱਲ ਦਾ ਕੰਮ ਉੱਥੋਂ ਸ਼ੁਰੂ ਹੁੰਦਾ ਹੈ, ਪਰ ਜਦੋਂ ਕ੍ਰਾਈਮ ਵਾਪਰੇ ਹੀ ਨਹੀਂ ਤੇ ਫਿਰ ਆਪਾਂ ਉਹ ਕਿਵੇਂ ਕਰ ਸਕਦੇ ਹਾਂ। ਸੋ ਇਹ ਇੱਕ ਲੜਕੀ ਹੈ ਜਿਹੜੀ ਆਪ ਲੜਕੀ ਹੋ ਕੇ ਤੇ ਉਹਨੇ ਦੂਸਰੀਆਂ ਲੜਕੀਆਂ ਦੀ ਇੱਜ਼ਤ ਨੂੰ ਜਿਹੜਾ ਹੈ ਉਛਾਲਣ ਦਾ ਇੱਕ ਘਿਨਾਉਣਾ ਕੰਮ ਕੀਤਾ ਹੈ। ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ, ਚਾਹੇ ਕੋਈ ਮਰਦ ਵੀ ਹੈ ਚਾਹੇ ਔਰਤ ਹੈ, ਇੱਜ਼ਤ ਸਾਰਿਆਂ ਦੀ ਬਰਾਬਰ ਹੁੰਦੀ ਹੈ। ਇਹਦੇ ਨਾਲ ਨਾਲ ਹੁਣ ਪੁਆਇੰਟ ਆਪਾਂ ਇੱਕ ਦੂਸਰਾ ਵੀ ਸ਼ੋਅ ਲਈਏ ਕਿ ਬੀਬੀ ਜਿਹੜੀ ਆਪਣੇ ਮਨੀਸ਼ਾ ਘੁਲਾਟੀ ਆ, ਉਹਨਾਂ ਵੱਲੋਂ ਇਸ ਨੂੰ ਇਗਨੋਰ ਕਰਨਾ ਜਾਂ ਫਿਰ ਇਹਦੇ ਉੱਤੇ ਇਹਨੂੰ ਜਿਹੜਾ ਹੈ ਢੱਕਣ ਦੀ ਕੋਸ਼ਿਸ਼ ਕਰਨੀ ਕਿ ਵੱਡੇ ਅਧਿਕਾਰੀ, ਵੱਡੀਆਂ ਯੂਨੀਵਰਸਿਟੀਆਂ ਦੇ ਮਾਲਕ ਜਿਹੜੇ ਆ ਉਹਨਾਂ ਦੀ ਇਹਦੇ ਵਿੱਚ ਜਿਹੜਾ ਨਾਮ ਨਾ ਆਵੇ, ਰੈਪੂਟੇਸ਼ਨ ਯੂਨੀਵਰਸਿਟੀਆਂ ਦੀ ਖਰਾਬ ਹੋ ਜਾਂਦੀ ਹੈ। ਸੋ ਇਹ ਕਿਤੇ ਨਾ ਕਿਤੇ ਬੀਬੀ ਮਨੀਸ਼ਾ ਘੁਲਾਟੀ ਨੂੰ ਵੀ ਸੋਚਣਾ ਚਾਹੀਦਾ, ਜਿੱਥੇ ਉਹ ਵੂਮਨ ਸੈੱਲ ਦੇ ਚੇਅਰਮੈਨ ਨੇ ਤਾਂ ਔਰਤਾਂ ਦੀ ਜਿਹੜੀ ਇੱਜ਼ਤ ਹੈ ਉਹਨਾਂ ਲਈ ਸਭ ਤੋਂ ਅਹਿਮ ਹੋਣੀ ਚਾਹੀਦੀ ਹੈ। ਸੋ ਇਹ ਘਟਨਾਵਾਂ ਨੂੰ ਨੱਪਣ ਦੀ ਬਜਾਏ ਜੇਕਰ ਇਹਨੂੰ ਪੂਰੇ ਢੁਕਵੇਂ ਤਰੀਕੇ ਦੇ ਨਾਲ ਇਹਨੂੰ ਹੈਂਡਲ ਕਰਦੇ ਹੋ ਤਾਂ ਇਹ ਘਟਨਾਵਾਂ ਫਿਊਚਰ ਦੇ ਵਿੱਚ ਘਟ ਸਕਦੀਆਂ ਨੇ। ਸੋ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ। ਅਸੀਂ ਇਹ ਵੀ ਦੇਖ ਰਹੇ ਹਾਂ ਕਿ ਬਹੁਤ ਸਾਰੇ ਪੁਲਿਸ ਅਧਿਕਾਰੀ ਹੈ ਉਹ ਵੀ ਇਹਨੂੰ ਜਿਹੜਾ ਮਿੱਟੀ ਪਾਉਣ ਦੇ ਉੱਤੇ ਲੱਗੇ ਹੋਏ ਨੇ। ਜਿਵੇਂ ਤੁਹਾਨੂੰ ਯਾਦ ਹੋਣਾ ਪੀਟੀਸੀ ਚੈਨਲ ਦੇ ਨਾਲ ਇੱਕ ਜਿਹੜੀ ਘਟਨਾ ਸੀਗੀ ਅੱਜ ਤੋਂ 6 ਮਹੀਨੇ ਪਹਿਲਾਂ ਵਾਪਰੀ ਹੈ, ਤੇ ਉਦੋਂ ਵੀ ਪੀਟੀਸੀ ਦੇ ਜਿਹੜੇ ਮਾਲਕ ਨੇ ਜਿਹੜੇ ਉਹਨਾਂ ਨੂੰ ਚਲਾਉਣ ਵਾਲੇ ਅੱਗੇ ਜਿਹੜੇ ਕਹਿ ਲਈਏ ਕਿ ਉਹ ਵੀ ਇਸ ਘਟਨਾ ਨੂੰ ਜਿਹੜਾ ਨੱਪਣ ਦੇ ਉੱਤੇ ਲੱਗੇ ਹੋਏ, ਫਿਰ ਵੱਡੇ ਅਧਿਕਾਰੀ, ਫਿਰ ਪੁਲਿਸ ਅਧਿਕਾਰੀ ਵੀ। ਪਰ ਲੋਕਾਂ ਦਾ ਇੰਨਾ ਪ੍ਰੈਸ਼ਰ ਪਿਆ ਕਿ ਉਹ ਸਾਰੀ ਜਿਹੜੀ ਘਟਨਾ ਦੀ ਜਾਂਚ ਜਿਹੜੀ ਹੋ ਰਹੀ ਹੈ। ਸੋ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ। ਇੱਕ ਇੱਜ਼ਤ ਜਿਹੜੀ ਆ ਉਹ ਤੁਹਾਡੇ ਕਿਸੇ ਅਦਾਰੇ ਨਾਲੋਂ ਵੱਡੀ ਨਹੀਂ ਹੈ, ਯੂਨੀਵਰਸਿਟੀਆਂ ਤੋਂ ਵੱਡੀ ਨਹੀਂ ਹੈ। ਤੁਹਾਡਾ ਉਹ ਪੈਸੇ ਦਾ ਮਾਮਲਾ, ਤੁਹਾਡਾ ਇਨਕਮ ਦਾ ਮਾਮਲਾ, ਪਰ ਇੱਕ ਪਾਸੇ ਇੱਜ਼ਤ ਹੈ, ਇੱਕ ਜਾਨ ਦੀ ਗੱਲ ਹੈ ਜਿਹੜੀ ਜਾਨ ਜਾ ਵੀ ਸਕਦੀ ਹੈ, ਜਿਹਦੀ ਇੱਜ਼ਤ ਤੁਸੀਂ ਖਰਾਬ ਕਰ ਰਹੇ ਹੋ। ਸੋ ਇਹ ਮਾਮਲੇ ਜਿਹੜੇ ਨੇ ਆਉਂਦੇ ਨੇ, ਪਰ ਸਾਡਾ ਮਾਈਂਡ ਕਿੰਨਾ ਕਰਪਟ ਹੋ ਚੁੱਕਿਆ ਹੈ ਪੰਜਾਬ ਦੇ ਵਿੱਚ, ਸਾਡੇ ਅਧਿਕਾਰੀਆਂ ਦਾ, ਸਾਡੇ ਕਰਪਸ਼ਨ ਕਿੰਨੀ ਦਿਮਾਗਾਂ ਦੇ ਵਿੱਚ ਵੀ ਵੜ ਚੁੱਕੀ ਹੈ ਕਿ ਜਦੋਂ ਕਿਸੇ ਔਰਤਾਂ ਦੀ ਇੱਜ਼ਤ ਦੇ ਨਾਲ ਕੋਈ ਰਲਿਆ ਮਿਲਿਆ ਇਸ ਤਰ੍ਹਾਂ ਦਾ ਕੋਈ ਮਾਮਲਾ ਆਉਂਦਾ ਹੈ, ਅਸੀਂ ਉਹਨੂੰ ਹੈਂਡਲ ਕਰਨ ਦੀ ਬਜਾਏ ਸਹੀ ਤਰੀਕੇ ਦੇ ਨਾਲ, ਕਾਨੂੰਨੀ ਤਰੀਕੇ ਦੇ ਨਾਲ ਦੱਬਦੇ ਹਾਂ। ਹੁਣ ਤੁਸੀਂ ਬੈਂਸ ਭਰਾਵਾਂ ਨਾਲ ਦੇਖ ਲਓ, ਸਰਦਾਰ ਸਿਮਰਨਜੀਤ ਸਿੰਘ ਬੈਂਸ ਜਿਹੜੇ ਨੇ ਇੱਕ ਵਧੀਆ ਆਪਾਂ ਕਹਿ ਲਈਏ ਆਗੂ, ਉਹਨਾਂ ਦੇ ਉੱਤੇ ਵੀ ਇਲਜ਼ਾਮ ਲੱਗੇ ਤੇ ਬਹੁਤ ਦੇਰ ਉਹ ਇਹਨਾਂ ਇਲਜ਼ਾਮਾਂ ਤੋਂ ਬਚਦੇ ਵੀ ਆਏ। ਉਹਨਾਂ ਨੇ ਆਪਣਾ ਸਿੱਧੇ ਤੌਰ ਦੇ ਉੱਤੇ ਇਹ ਕਹਿ ਦਿੱਤਾ ਸੀ ਕਿ ਮੈਂ ਇਹਦੇ ਵਿੱਚ ਇਨਵੋਲਵ ਨਹੀਂ ਹੈਗਾ, ਮੈਨੂੰ ਫਸਾਇਆ ਜਾ ਰਿਹਾ, ਪਰ ਅਖੀਰ ਉਹਨਾਂ ਨੂੰ ਵੀ ਅੰਦਰ ਜਾਣਾ ਪਿਆ। ਸੋ ਇਹ ਮਾਮਲੇ ਹੁੰਦੇ ਨੇ, ਔਰਤਾਂ ਦੇ ਨਾਲ ਇਹੋ ਜਿਹੀਆਂ ਘਟਨਾਵਾਂ ਘਟਦੀਆਂ ਨੇ। ਇੱਕ ਵੱਡੀ ਉਦਾਹਰਨ ਅੱਜ ਯੂਨੀਵਰਸਿਟੀ ਨੇ ਦੇ ਦਿੱਤੀ ਹੈ, ਪਰ ਆਮ ਤੌਰ ਤੇ ਸਾਡੇ ਪਿੰਡਾਂ 'ਚ, ਸ਼ਹਿਰਾਂ ਦੇ ਵਿੱਚ ਇਹ ਘਟਨਾਵਾਂ ਵਾਪਰਦੀਆਂ ਰਹਿੰਦੀਆਂ। ਮੈਂ ਇੱਥੇ ਸਿਰਫ ਔਰਤਾਂ ਦੀ ਗੱਲ ਨਹੀਂ ਕਰੂੰਗਾ, ਨਾਲੋਂ ਨਾਲ ਮਰਦਾਂ ਦੀ, ਜਿਹੜੇ ਮਰਦ ਹੁੰਦੇ ਉਹਨਾਂ ਦੇ ਨਾਲ ਵੀ ਇਹ ਸਾਰੀਆਂ ਘਟਨਾਵਾਂ ਵਾਪਰਦੀਆਂ ਨੇ। ਸੋ ਸਾਨੂੰ ਇੱਕ ਏਦਾਂ ਦਾ ਸਮਾਜ ਸਿਰਜਣਾ ਚਾਹੀਦਾ ਜਿਹਦੇ ਵਿੱਚ ਇੱਜ਼ਤ, ਆਬਰੂ ਜਿਹੜੀ ਹੈ, ਜਾਂ ਫਿਰ ਦੂਸਰੇ ਦੀ ਸੈਲਫ ਰਿਸਪੈਕਟ, ਆਪਣੀ ਸੈਲਫ ਰਿਸਪੈਕਟ, ਇਹਨੂੰ ਜਿਹੜਾ ਪਹਿਲ ਦੇ ਆਧਾਰ ਦੇ ਉੱਤੇ ਲੈਣਾ ਚਾਹੀਦਾ। ਵਧੀਆ ਸਮਾਜ ਆਪਾਂ ਫਿਰ ਸਿਰਜ ਸਕਦੇ ਹਾਂ। ਗੁਰੂਆਂ ਦੀ ਧਰਤੀ ਦੇ ਉੱਤੇ ਅਸੀਂ ਬੈਠੇ ਹੋਏ ਹਾਂ, ਸੋ ਇਸ ਤਰ੍ਹਾਂ ਦੇ ਕੰਮ ਨਾ ਕਰੀਏ ਤਾਂ ਕਿ ਸਾਡੀ ਜਿਹੜੀ ਹੈ ਇਮੇਜ ਨਾ ਖਰਾਬ ਹੋਵੇ। ਬਾਕੀ ਜਿਹੜੀ ਗੱਲ ਰਹਿ ਗਈ ਪੋਰਨ ਇੰਡਸਟਰੀ ਦੀ ਜਾਂ ਅਸ਼ਲੀਲ ਇੰਡਸਟਰੀ, ਵਰਲਡ ਲੈਵਲ ਦੇ ਉੱਤੇ ਬਹੁਤ ਵੱਡੇ ਪੱਧਰ ਦੇ ਉੱਤੇ ਚੱਲਦੀ ਹੈ, ਪਰ ਉਹਦੇ ਲਈ ਬਹੁਤ ਕਾਨੂੰਨੀ ਤਰੀਕੇ ਉਹ ਸਾਰਾ ਕੁਝ ਚੱਲਦਾ ਹੈ। ਪਰ ਸਾਡਾ ਪੰਜਾਬ, ਜਦੋਂ ਆਪਾਂ ਪੂਰੇ ਭਾਰਤ ਦੀ ਗੱਲ ਕਰ ਲੈਂਦੇ ਤੇ ਇਹ ਚੀਜ਼ਾਂ ਜਿਹੜੀਆਂ ਨੇ ਇੱਕ ਤਰ੍ਹਾਂ ਦਾ ਜ਼ਹਿਰ ਵਰਗੀਆਂ ਨੇ ਸਾਡੇ ਵਾਸਤੇ, ਸਾਡੇ ਸਮਾਜ ਵਾਸਤੇ। ਸੋ ਇਹਨਾਂ ਤੋਂ ਕਿਤੇ ਨਾ ਕਿਤੇ ਸਾਨੂੰ ਬਚ ਕੇ ਰਹਿਣਾ ਚਾਹੀਦਾ ਤੇ ਫਿਰ ਆਪਾਂ ਇੱਕ ਵਧੀਆ ਸਮਾਜ ਸਿਰਜ ਸਕਦੇ ਹਾਂ। ਜੀ, ਆਪਾਂ ਹੁਣ ਪੰਜਾਬ ਦੇ ਵਿੱਚ ਜੇ ਆਪਾਂ ਗੱਲਬਾਤ ਕਰੀਏ, ਥੋੜਾ ਅੱਗੇ ਵਧਦੇ ਹਾਂ, ਤੇ ਇਹ ਵੀ ਕਾਫੀ ਗੰਭੀਰ ਗੱਲ ਬਣ ਜਾਂਦੀ ਹੈ ਕਿ ਜੋ ਪੰਜਾਬ ਸਰਕਾਰ ਵੱਲੋਂ ਕਿਹਾ ਗਿਆ ਕਿ ਜੋ ਸਰਕਾਰੀ ਮੁਲਾਜ਼ਮ ਨੇ ਜੋ 2004 ਤੋਂ ਬਾਅਦ ਭਰਤੀ ਹੋਏ ਨੇ ਤੇ ਉਹਨਾਂ ਨੂੰ ਪੈਨਸ਼ਨ ਨਹੀਂ ਮਿਲਦੀ। ਅਸਲ ਦੇ ਵਿੱਚ ਉਹਨਾਂ ਨੂੰ ਪੈਨਸ਼ਨ ਨਹੀਂ ਮਿਲਦੀ। ਜਿਹੜੇ ਉਸ ਤੋਂ ਪਹਿਲਾਂ ਸੀਗੇ ਉਹਨਾਂ ਨੂੰ ਪੈਨਸ਼ਨਾਂ ਦਿੱਤੀਆਂ ਜਾਂਦੀਆਂ ਸਨ। ਜਿੱਦਾਂ ਮੈਂ ਏਦਾਂ ਹੀ ਹੈ ਕਿ ਉਹਨਾਂ ਨੂੰ ਜੋ 2004 ਤੋਂ ਪਹਿਲਾਂ ਜੋ ਮੁਲਾਜ਼ਮ ਭਰਤੀ ਸੀਗੇ ਉਹਨਾਂ ਨੂੰ ਪੈਨਸ਼ਨਾਂ ਮਿਲਦੀਆਂ ਪਈਆਂ ਨੇ, ਜਾਂ ਹੁਣ ਵੀ ਰਿਟਾਇਰ ਹੁੰਦੇ ਪੈਨਸ਼ਨ ਮਿਲ ਜਾਂਦੀ ਹੈ। ਪਰ ਜਿਨ੍ਹਾਂ ਦੀ ਭਰਤੀ 2004 ਤੋਂ ਬਾਅਦ ਹੁੰਦੀ ਹੈ ਉਹਨਾਂ ਨੂੰ ਪੈਨਸ਼ਨ ਨਹੀਂ ਮਿਲਦੀ। ਜਿਹੜੇ ਹੁਣ ਦੇ ਮੁਲਾਜ਼ਮ, ਸਰਕਾਰੀ ਮੁਲਾਜ਼ਮ 2004 ਤੋਂ ਬਾਅਦ, ਉਹਨਾਂ ਨੂੰ ਪੈਨਸ਼ਨ ਨਹੀਂ ਮਿਲਦੀ। ਮੇਰੇ ਖਿਆਲ ਤੋਂ ਸ਼ਾਇਦ ਏਦਾਂ ਹੀ ਹੈ। ਪਰ ਹੁਣ ਪੰਜਾਬ ਸਰਕਾਰ ਵੱਲੋਂ ਸਿੱਧੇ ਤੌਰ ਤੇ ਕਹਿ ਦਿੱਤਾ ਕਿ ਉਹਨਾਂ ਨੂੰ ਵੀ ਪੈਨਸ਼ਨ ਦੇਣ ਦੇ ਉੱਤੇ ਵਿਚਾਰ ਕੀਤਾ ਜਾ ਰਿਹਾ ਹੈ। ਮੈਂ ਕਹਿੰਦਾ ਠੀਕ ਹੈ, ਮੁਲਾਜ਼ਮ ਜਿਹੜੇ ਕੰਮ ਕਰਦੇ ਨੇ ਪਰ ਉਹਨਾਂ ਨੂੰ ਪੈਨਸ਼ਨਾਂ ਮਿਲਣੀ ਚਾਹੀਦੀਆਂ ਨੇ। ਪਰ ਮੈਂ ਇੱਥੇ ਇੱਕ ਸਵਾਲ ਚੁੱਕਣਾ ਚਾਹਾਂਗਾ, ਮੇਰਾ ਪਰਸਨਲ ਸਵਾਲ ਆ ਤੁਹਾਡੇ ਅੱਗੇ, ਇਹ ਸ਼ਾਇਦ ਤੁਸੀਂ ਸਹਿਮਤ ਹੋ ਜਾਂ ਨਾ ਹੋ, ਮੈਂ ਤੁਹਾਨੂੰ ਪੁੱਛਣਾ ਚਾਹਾਂਗਾ, ਜਿਨ੍ਹਾਂ ਨੂੰ ਸਰਕਾਰੀ ਨੌਕਰੀ ਮਿਲ ਗਈਆਂ, ਕਿਉਂਕਿ ਸ਼ਾਇਦ ਵਿਦੇਸ਼ਾਂ ਵਿੱਚ ਸਰਕਾਰੀ ਨੌਕਰੀ ਓਨੀ ਵੈਲਿਊ ਨਹੀਂ ਰੱਖਦੀ ਜਿੰਨੀ ਭਾਰਤ ਵਿੱਚ ਰੱਖਦੀ ਹੈ। ਭਾਰਤ ਵਿੱਚ ਸਰਕਾਰੀ ਨੌਕਰੀ ਦੀ ਬਹੁਤ ਵੈਲਿਊ ਹੁੰਦੀ ਹੈ। ਚਲੋ ਕਿ ਸਰਕਾਰੀ ਨੌਕਰੀ ਮਿਲ ਗਈ ਤਾਂ ਕਹਿੰਦਾ ਰੱਬ ਮਿਲੇ ਕਿਸੇ ਤਰੀਕੇ ਦਾ। ਪੰਜਾਬ ਵਿੱਚ ਬਹੁਤ, ਪੰਜਾਬ ਕੀ ਪੂਰੇ ਭਾਰਤ ਸਰਕਾਰੀ ਨੌਕਰੀ ਦੀ ਬਹੁਤ ਵੈਲਿਊ ਹੈ। ਸਰਕਾਰੀ ਨੌਕਰੀ ਲੋਕ ਬਹੁਤ ਖੁਸ਼ਹਾਲ ਹੁੰਦੇ ਨੇ।
ਉਹਨਾਂ ਨੂੰ ਜ਼ਿੰਦਗੀ ਭਰ ਇੱਕ ਵਧੀਆ ਤਨਖਾਹ ਮਿਲਦੀ ਹੈ, ਉਸ ਤੋਂ ਬਾਅਦ ਉਹਨਾਂ ਨੂੰ ਸਰਕਾਰ ਪੈਨਸ਼ਨ ਦਿੰਦੀ ਹੈ, ਪੈਨਸ਼ਨ ਦਾ ਵਿਰੋਧ ਨਹੀਂ ਹੈ। ਪਰ ਮੈਂ ਗੱਲਬਾਤ ਕਰਨਾ ਚਾਹਾਂਗਾ ਜਿੱਥੇ ਇੰਨੇ ਲੋਕ ਬੇਰੁਜ਼ਗਾਰ ਨੇ, ਜਿਹੜੇ ਲੋਕ ਪ੍ਰਾਈਵੇਟ ਕੰਮ ਕਰ ਰਹੇ ਨੇ, ਜਿਹਨਾਂ ਤਨਖਾਹਾਂ ਸਰਕਾਰੀ ਮੁਲਾਜ਼ਮ ਦਾ ਚੌਥਾ ਹਿੱਸਾ ਹੁੰਦੀਆਂ ਨੇ, ਉਹਨਾਂ ਨੇ ਕੋਈ ਉਹਨਾਂ ਦੀ ਕੀ ਜਨਮ ਤੋਂ ਗਲਤੀ ਸੀ ਕਿ ਉਹ ਸਰਕਾਰੀ ਨੌਕਰ ਨਹੀਂ ਹੋ ਸਕੇ ਭਾਰਤ ਵਿੱਚ, ਤੇ ਉਹਨਾਂ ਨੂੰ ਕਹਿ ਲਓ ਕਿ ਲਾਗੂ ਕਰ ਦਿੱਤਾ ਗਿਆ। ਇਹ ਇੱਕ ਜਿਹੜਾ ਕਿ ਭੇਦਭਾਵ ਆ ਗਿਆ ਨਾ, ਇਹ ਊਚ ਨੀਚ ਵਾਲਾ ਭੇਦਭਾਵ ਹੋ ਗਿਆ ਨਾ, ਉਹ ਕਿ ਸ਼ਾਇਦ ਉਹਨਾਂ ਕੋਈ ਗੁਨਾਹ ਕਰ ਲਿਆ ਕਿ ਉਹਨੂੰ ਸਰਕਾਰੀ ਨੌਕਰੀ ਨਹੀਂ ਮਿਲੀ। ਸਰਕਾਰੀ ਨੌਕਰੀ ਨਾ ਮਿਲਣਾ ਕੀ ਭਾਰਤ ਵਿੱਚ ਬਹੁਤ ਵੱਡਾ ਗੁਨਾਹ ਹੋ ਜਾਂਦਾ ਹੈ, ਕਿ ਜੋ ਲੋਕ ਸਰਕਾਰੀ ਨੌਕਰੀਆਂ ਦੇ ਤਨਖਾਹ ਦੇ ਮੁਕਾਬਲੇ ਚੌਥੇ ਹਿੱਸੇ ਤਨਖਾਹ 'ਚ ਆਪਣਾ ਗੁਜ਼ਾਰਾ ਕਰਦੇ ਨੇ, ਕੱਲ੍ਹ ਨੂੰ ਰਿਟਾਇਰ ਤਾਂ ਉਹਨਾਂ ਨੇ ਵੀ ਹੋਣਾ, ਸਰੀਰ ਨੇ ਜਵਾਬ ਤਾਂ ਉਹਨਾਂ ਦੇ ਨੇ ਵੀ ਦੇ ਦੇਣਾ, ਉਹਨਾਂ ਵਾਸਤੇ ਕੁਛ ਵੀ ਨਹੀਂ ਹੈ ਉਰੇ। ਜੀ ਦਲਜੀਤ ਸਿੰਘ ਜੀ, ਤੁਸੀਂ ਦੱਸੋ ਕੀ ਯੁਕਤੀ ਨੂੰ ਦੇਖਦੇ ਹੋ, ਕੀ ਚੀਜ਼ਾਂ ਦੇਖਦੇ ਹੋ, ਸਿਸਟਮ ਕਿੱਦਾਂ ਦੇਖਦੇ ਹੋ? ਦੇਖੋ, ਜਦੋਂ ਆਪਾਂ ਭਾਰਤ ਦੀ ਡੈਮੋਕ੍ਰੇਸੀ ਦੀ ਗੱਲ ਕਰਦੇ ਨਾ, ਡੈਮੋਕ੍ਰੇਸੀ ਦਾ ਮਤਲਬ ਸ਼ਾਇਦ ਅਸੀਂ ਸਮਝਣ ਦੇ ਵਿੱਚ ਪੂਰੀ ਤਰੀਕੇ ਦੇ ਨਾਲ ਕਾਮਯਾਬ ਨਹੀਂ ਹੋਏ। ਸਿਰਫ ਅਸੀਂ ਸ਼ਾਇਦ ਨਾਂ ਦੀ ਜਿਹੜੀ ਡੈਮੋਕ੍ਰੇਸੀ ਹੈ ਉਹ ਲੈ ਕੇ ਚੱਲਦੇ ਹਾਂ। ਡੈਮੋਕ੍ਰੇਸੀ ਦੇ ਮਤਲਬ ਵਿੱਚ ਇਹ ਵੀ ਹੁੰਦਾ ਸਾਰਿਆਂ ਨੂੰ ਬਰਾਬਰ ਦਾ ਹੱਕ ਵੀ ਹੁੰਦਾ। ਜਿਵੇਂ ਤੁਸੀਂ ਕਿਹਾ, ਬਹੁਤ ਵਧੀਆ ਗੱਲ ਤੁਸੀਂ ਕੀਤੀ ਹੈ ਕਿ ਜਿਹੜੇ ਲੋਕ ਸਰਕਾਰੀ ਨੌਕਰੀਆਂ ਹਾਸਲ ਨਹੀਂ ਕਰ ਸਕੇ, ਕੀ ਉਹਨਾਂ ਨੇ ਰੱਬ ਦੇ ਮਾਰ ਮਾਰੇ ਸੀ, ਜਾਂ ਫਿਰ ਉਹ ਲੇਖ ਹੀ ਮਾੜੇ ਲਿਖਾ ਕੇ ਲੈ ਕੇ ਆਏ ਹੋਏ ਆ ਕਿ ਭਾਰਤ ਦੇ ਵਿੱਚ ਅਸੀਂ ਜੰਮੇ ਆ, ਸਾਡਾ ਜਨਮ ਹੋਇਆ, ਪਰ ਸਾਨੂੰ ਸਰਕਾਰੀ ਨੌਕਰੀ ਨਹੀਂ ਮਿਲੀ। ਇਹ ਬਹੁਤ ਵੱਡਾ ਤੇ ਇੱਕ ਇਸ ਤਰ੍ਹਾਂ ਦਾ ਸਵਾਲ ਹੈ ਜਿਹਦੇ ਉੱਤੇ ਜੇਕਰ ਆਪਾਂ ਅੱਧਾ ਪੌਣਾ ਘੰਟਾ ਬੋਲਦੇ ਰਹੀਏ ਤਾਂ ਇਹ ਮੁੱਕਣੀਆਂ ਨਹੀਂ ਗੱਲਾਂ। ਭਾਰਤ ਦੇ ਵਿੱਚ ਸਰਕਾਰੀ ਨੌਕਰੀ ਲੈਣੀ ਇੱਕ, ਆਪਾਂ ਇਹ ਕਹਿ ਸਕਦੇ ਵੀ ਜਿਵੇਂ ਆਪਾਂ ਕਹਿ ਲਈਏ ਵੀ ਆਪਾਂ ਰੱਬ ਪਾਲਿਆ, ਇਸ ਤਰ੍ਹਾਂ ਦੀ ਇੱਕ ਫੀਲਿੰਗ ਹੁੰਦੀ ਹੈ ਜਿਹੜਾ ਬੰਦਾ ਸਰਕਾਰੀ ਨੌਕਰੀ ਲੈ ਲੈਂਦਾ। ਕਿਉਂਕਿ ਇਹ ਵੀ ਆਮ ਤੌਰ ਦੇ ਉੱਤੇ ਕਿਹਾ ਜਾਂਦਾ ਵੀ ਭਾਈ ਜੇਕਰ ਜ਼ਿੰਦਗੀ ਭਰ ਐਸ਼ ਕਰਨੀ ਹੈ ਤਾਂ ਸਰਕਾਰੀ ਨੌਕਰੀ ਲੈ ਲਓ। ਉਹਦਾ ਕਾਰਨ ਕੀ ਹੈ? ਕਾਰਨ ਇਹ ਹੈ ਕਿ ਸਰਕਾਰੀ ਅਹੁਦਿਆਂ ਦੇ ਉੱਤੇ ਬਹਿ ਕੇ ਕੰਮ ਕਰ ਜਿਹੜੇ ਨੇ ਮੁਲਾਜ਼ਮ, ਹੈ ਸਾਰਿਆਂ ਦੀ ਗੱਲ ਨਹੀਂ ਕਰਦਾ, ਪਰ ਆਮ ਤੌਰ ਤੇ ਜਿਹੜੇ ਲੋਕ ਲਾਈਨਾਂ ਦੇ ਵਿੱਚ ਲੱਗੇ ਰਹਿੰਦੇ ਨੇ, ਵੱਡੀਆਂ ਵੱਡੀਆਂ ਕਿਊ ਬਣੀਆਂ ਰਹਿੰਦੀਆਂ ਨੇ ਸਰਕਾਰੀ ਅਦਾਰਿਆਂ ਦੇ ਉੱਤੇ, ਉਹ ਇਹੀ ਗੱਲ ਕਹਿੰਦੇ ਨੇ ਵੀ ਫਲਾਨਾ ਜਿਹੜਾ ਆਪਣੇ ਅਧਿਕਾਰੀ ਹੈ ਅੱਜ ਛੁੱਟੀ ਤੇ ਹੈ, ਅਗਲੇ ਦਿਨ ਉਹ ਬਿਮਾਰ ਹੈ, ਤੀਜੇ ਦਿਨ ਉਹ ਕਿਤੇ ਵਿਸਾਖੀ ਤੇ ਗਿਆ ਹੋਇਆ, ਚੌਥੇ ਦਿਨ ਉਹ ਦੀਵਾਲੀ ਤੇ ਗਿਆ ਹੋਇਆ। ਸੋ ਕੰਮ ਦੇ ਟਾਈਮ ਦੇ ਉੱਤੇ ਫਿਰ ਜਦੋਂ ਕਿਤੇ ਦੁਪਹਿਰ ਦਾ ਸਮਾਂ ਹਜੇ ਲੰਚ ਦਾ ਹੋਇਆ ਵੀ ਨਹੀਂ ਹੁੰਦਾ ਤਾਂ ਇਹ ਕਹਿ ਦਿੱਤਾ ਜਾਂਦਾ ਵੀ ਭਾਈ ਫਲਾਨਾ ਅਧਿਕਾਰੀ ਹੈ ਉਹ ਤਾਂ ਜਿਹੜਾ ਹੈ ਇਸ ਵੇਲੇ ਲੰਚ ਬ੍ਰੇਕ ਦੇ ਉੱਤੇ ਗਿਆ ਹੋਇਆ। ਲੰਚ ਬ੍ਰੇਕ ਤੋਂ ਬਾਅਦ ਵੀ ਇਹ ਵੀ ਕਈ ਵਾਰ ਨੋਟ ਕਰ ਲਿਆ ਜਾਂਦਾ ਹੈ ਕਿ 5-5 ਵਜੇ ਤੱਕ ਛੁੱਟੀ ਦੇ ਟਾਈਮ ਲੋਕੀ ਬਾਹਰ ਬੈਠ ਕੇ ਉਹਨਾਂ ਦੇ ਦਫ਼ਤਰਾਂ ਦੇ ਇੰਤਜ਼ਾਰ ਕਰਦੇ ਰਹਿੰਦੇ ਨੇ ਤੇ ਉਹਨਾਂ ਦਾ ਲੰਚ ਹੀ ਖਤਮ ਨਹੀਂ ਹੋਇਆ ਹੁੰਦਾ। ਮਤਲਬ ਕਰਪਸ਼ਨ ਜਿਹੜੀ ਆ ਉਹ ਕਿੱਡੇ ਵੱਡੇ ਪੱਧਰ ਤੇ ਹੈ ਕਿ ਜੇ ਸਰਕਾਰੀ ਨੌਕਰੀ ਦੇ ਜਿਹੜੀ ਲੱਗ ਗਈ ਹੈ, ਆਪਾਂ ਸਰਕਾਰੀ ਸੀਟ ਦੇ ਉੱਤੇ ਬਹਿ ਗਏ ਆ, ਤਾਂ ਫਿਰ ਕੰਮ ਨਹੀਂ ਕਰਨਾ, ਫਿਰ ਸਾਰੀ ਉਮਰ ਜਿਹੜੀ ਹੈ ਉਹ ਐਸ਼ ਕਰਨੀ ਹੈ, ਕਿਉਂਕਿ ਤੁਹਾਨੂੰ ਜਿਹੜੀ ਤਨਖਾਹ ਤੁਹਾਡੀ ਬਚੀ ਮਹੀਨੇ ਦੇ ਲਾਸਟ ਦੇ ਵਿੱਚ ਉਹ ਤੁਹਾਡੇ ਅਕਾਊਂਟ ਦੇ ਵਿੱਚ ਆ ਜਾਣੀ ਆ, ਪਰ ਕੰਮ ਨਹੀਂ ਕਰਨਾ। ਜੇਕਰ ਕੋਈ ਕੰਮ ਕਰਨਾ ਹੈ ਤਾਂ ਉਹ ਰਿਸ਼ਵਤ ਲੈ ਕੇ, ਕਰਪਸ਼ਨ ਦੇ ਨਾਲ ਹੋਣਾ, ਵੱਡੇ ਅਧਿਕਾਰੀਆਂ ਨੂੰ ਮਿਲ ਕੇ ਸਿਫਾਰਿਸ਼ਾਂ ਰਾਹੀਂ ਹੋਣਾ। ਗਰੀਬ ਲੋਕ ਹਰ ਰੋਜ਼ ਦਫ਼ਤਰਾਂ ਦੇ ਗੇੜੇ ਮਾਰ ਕੇ ਹੰਭ ਜਾਂਦੇ ਨੇ। ਇਸ ਤਰ੍ਹਾਂ ਬਹੁਤ ਸਾਰੇ ਕੇਸ ਤੁਸੀਂ ਦੇਖ ਸਕਦੇ ਹੋ, ਚਾਹੇ ਉਹ ਪੁਲਿਸ ਸਟੇਸ਼ਨਾਂ ਦੇ ਨਾਲ ਸੰਬੰਧਿਤ ਹੋਣ, ਚਾਹੇ ਫਿਰ ਵੱਡੇ ਕਿਸੇ ਮਹਿਕਮੇ ਦੇ ਨਾਲ ਸੰਬੰਧਿਤ ਹੋਣ, ਮਤਲਬ ਕੋਈ ਵੀ ਸਰਕਾਰੀ ਮਹਿਕਮਾ ਲੈ ਲਓ, ਐਡਾ ਸਾਡਾ ਕਰਪਸ਼ਨ ਦਾ ਮਾਹੌਲ ਉੱਥੇ ਬਣ ਚੁੱਕਿਆ ਕਿ ਸਰਕਾਰੀ ਨੌਕਰੀ ਮਿਲ ਗਈ ਹੈ ਭਾਈ, ਤੇ ਹੁਣ ਜਿਹੜਾ ਹੈ ਸਾਡੀ ਜ਼ਿੰਦਗੀ ਐਸ਼ ਦੀ ਲੰਘ ਜੂਗੀ। ਐਸ਼ ਦੀ ਲੰਘਣ ਦੇ ਦੋ ਕਾਰਨ ਨੇ। ਇੱਕ ਤਾਂ ਜਦੋਂ ਨੌਕਰੀ ਦੇ ਸਮੇਂ ਤੁਸੀਂ ਤਨਖਾਹ ਲੈ ਰਹੇ ਹੋ, ਉਹ ਭਾਵੇਂ ਤੁਸੀਂ 20 ਸਾਲ ਜਾਂ 25 ਸਾਲ ਨੌਕਰੀ ਕਰਦੇ ਹੋ ਜਾਂ 30 ਸਾਲ ਕਰਦੇ ਹੋ, ਜਦੋਂ ਤੁਸੀਂ ਜਿਹੜਾ ਰਿਟਾਇਰ ਹੋ ਜਾਂਦੇ ਹੋ ਤਾਂ ਤੁਹਾਨੂੰ ਉਨੀ ਹੋਈ, ਮੈਨੂੰ ਲੱਗਦਾ ਲਗਭਗ 19 ਜਾਂ ਕੁਝ % ਘੱਟ ਜਿਹੜੀ ਪੈਨਸ਼ਨ ਤੁਹਾਨੂੰ ਮੌਤ ਤੱਕ ਜਿਹੜੀ ਉਹ ਮਿਲਦੀ ਰਹਿੰਦੀ ਹੈ। ਪਰ ਹੁਣ ਤੁਹਾਡਾ ਸਵਾਲ ਜਿਹੜਾ ਬੜਾ ਵਧੀਆ ਹੈ ਕਿ ਜਿਹੜੇ ਪ੍ਰਾਈਵੇਟ ਲੋਕ ਨੇ ਜਿਨ੍ਹਾਂ ਨੂੰ ਸਰਕਾਰੀ ਨੌਕਰੀ ਨਹੀਂ ਮਿਲੀ, ਸੋ ਉਹਨਾਂ ਦਾ ਕੀ ਕਸੂਰ ਹੈ? ਇਹ ਬੜੀ ਵੱਡੀ ਤੁਸੀਂ ਗੱਲ ਕੀਤੀ ਹੈ। ਤਾਂ ਮੈਂ ਤੁਹਾਨੂੰ ਦੱਸ ਦਵਾਂ ਕਿ ਵੈਸਟਰਨ ਮੁਲਕਾਂ 'ਚ ਜਿਹੜੇ ਰੀਅਲ ਡੈਮੋਕ੍ਰੇਸੀ ਦੇ ਨਾਲ ਚੱਲਦੇ ਇਹ ਮੁਲਕ ਨੇ, ਇੱਥੇ ਇਸ ਤਰ੍ਹਾਂ ਕਦੇ ਵੀ ਨਹੀਂ ਹੁੰਦਾ ਕਿ ਜਿਹੜਾ ਬੰਦਾ ਸਰਕਾਰੀ ਅਦਾਰੇ ਦੇ ਵਿੱਚ ਹੈ ਉਹੀ ਪੈਨਸ਼ਨ ਲੈ ਸਕਦਾ। ਇਹਨਾਂ ਮੁਲਕਾਂ ਦੇ ਵਿੱਚ ਇੱਥੋਂ ਤੱਕ ਹੈ ਕਿ ਜੇ ਤੁਸੀਂ ਆਪਣੀ ਸ਼ਾਪ, ਆਪਣਾ ਕੋਈ ਮਾੜਾ ਮੋਟਾ ਖੋਖਾ ਹੀ ਲਾਉਂਦੇ ਹੋ ਕਿਤੇ, ਮਤਲਬ ਸਮਝਦੇ ਹੋ ਨਾ, ਤੁਸੀਂ ਚਾਹ ਦਾ ਖੋਖਾ ਹੀ ਲਾਇਆ ਹੋਇਆ ਨਾ, ਉਹ ਵੀ ਬੰਦਾ ਪੈਨਸ਼ਨ ਦਾ ਹੱਕਦਾਰ ਹੈ। ਆਪਣੇ 65 ਸਾਲ ਤੋਂ ਜਾਂ 67 ਸਾਲ ਤੋਂ, ਕਈ ਮੁਲਕਾਂ ਨੇ 60 ਸਾਲ ਤੋਂ ਬਾਅਦ ਕੀਤਾ ਹੋਇਆ। ਸੋ ਤੁਸੀਂ ਜੇਕਰ ਜ਼ਿੰਦਗੀ ਭਰ ਕਮਾਈ ਕੀਤੀ ਹੈ ਤਾਂ ਤੁਸੀਂ ਪੈਨਸ਼ਨ ਦੇ ਹੱਕਦਾਰ ਹੋ। ਇਹਦਾ ਮਤਲਬ ਇਹ ਨਹੀਂ ਕਿ ਤੁਸੀਂ ਸਰਕਾਰੀ ਅਦਾਰਿਆਂ ਦੇ ਵਿੱਚ ਹੀ ਕੰਮ ਕੀਤਾ ਹੈ ਤੇ ਫਿਰ ਹੀ ਤੁਸੀਂ ਪੈਨਸ਼ਨ ਜਿਹੜੀ ਉਹ ਲੈ ਸਕਦੇ ਹੋ। ਹਰ ਬੰਦਾ ਪੈਨਸ਼ਨ ਦਾ ਹੱਕਦਾਰ ਹੈ। ਜਿਹੜਾ ਬੰਦਾ ਇਸ ਕੰਟਰੀ ਦੇ ਵਿੱਚ ਜੰਮਿਆ, ਇੱਥੇ ਜਿਹੜਾ ਬੋਰਨ ਹੋਇਆ, ਉਸ ਤੋਂ ਬਾਅਦ ਉਹਨੇ ਕੰਮ ਕੀਤਾ, ਉਹਦੇ ਕੰਮ ਦੇ ਹਿਸਾਬ ਦੇ ਨਾਲ ਉਹਨੇ ਆਪਣਾ ਟੈਕਸ ਪੇ ਕੀਤਾ। ਟੈਕਸ ਪੇ ਕਰਨ ਤੋਂ ਬਾਅਦ ਜਦੋਂ ਰਿਟਾਇਰ ਹੋ ਜਾਂਦਾ ਹੈ ਤਾਂ ਸਰਕਾਰ ਦੀ ਜ਼ਿੰਮੇਵਾਰੀ ਹੈ ਉਸ ਬਜ਼ੁਰਗ ਨੂੰ ਸਾਂਭਣ ਦੀ। ਉਹਦਾ ਟ੍ਰੀਟਮੈਂਟ, ਉਹਦਾ ਮੈਡੀਕਲ ਟ੍ਰੀਟਮੈਂਟ ਹੋ ਗਿਆ, ਉਹਨੂੰ ਤਨਖਾਹ ਹੋ ਗਈ। ਜੇਕਰ ਉਹਨੂੰ ਕੋਈ ਸਾਂਭਣ ਵਾਲਾ ਨਹੀਂ ਤਾਂ ਕੇਅਰ ਹੋਮ ਹੁੰਦੇ ਨੇ, ਸੋ ਕੇਅਰ ਹੋਮਸ ਦੇ ਵਿੱਚ ਉਹਨਾਂ ਨੂੰ ਰੱਖ ਦਿੱਤਾ ਜਾਂਦਾ ਹੈ। ਮੌਤ ਤੱਕ ਉਹਨਾਂ ਦੀ ਜਿਹੜੀ ਦੇਖਭਾਲ ਕੀਤੀ ਜਾਂਦੀ ਹੈ। ਇਹ ਹੁੰਦਾ ਕਿਸੇ ਕੰਟਰੀ ਵਾਸਤੇ ਕੰਟਰੀਬਿਊਸ਼ਨ। ਇਹ ਨਹੀਂ ਕਿ ਭਾਈ ਸਰਕਾਰੀ ਨੌਕਰੀ ਤੇ ਬਹਿ ਕੇ
ਅਹੁਦੇ ਦੇ ਉੱਤੇ ਬਹਿ ਕੇ ਸਾਰੀ ਉਮਰ ਤੁਸੀਂ ਉਹ ਐਸ਼ ਕੀਤੀ ਹੈ, ਰਿਸ਼ਵਤਾਂ ਲਈਆਂ ਨੇ, ਕਰਪਸ਼ਨ ਕੀਤੀ ਹੈ, ਕੰਮ ਨਹੀਂ ਕੀਤਾ, ਲੋਕੀ ਲਾਈਨਾਂ ਦੇ ਵਿੱਚ ਖੜੇ ਮਰ ਗਏ, ਪਰ ਤੁਸੀਂ ਕੰਮ ਨਹੀਂ ਕੀਤਾ। ਤੁਹਾਡੀ ਜਿਹੜੀ ਰਿਟਾਇਰਮੈਂਟ ਤੋਂ ਬਾਅਦ ਤੁਹਾਨੂੰ ਉਸ ਵੇਲੇ ਵੀ ਜਿਹੜੀ ਇੱਕ ਰਾਸ਼ੀ ਮਿਲਦੀ ਹੈ, ਪਰ ਉਸ ਤੋਂ ਬਾਅਦ ਜਿਹੜੀ ਪੈਨਸ਼ਨ ਤੁਹਾਨੂੰ ਮਿਲਦੀ ਰਹਿੰਦੀ ਹੈ। ਸੋ ਇਹ ਇੱਥੇ ਬੜਾ ਵੱਡਾ ਵਿਤਕਰਾ ਹੈ। ਇਹਨੂੰ ਆਪਾਂ ਡੈਮੋਕ੍ਰੇਸੀ ਦੇ ਵਿੱਚ ਆਪਾਂ ਕਹਿ ਲਏ ਵੀ ਕਲੰਕ ਦੇ ਤੌਰ ਦੇ ਉੱਤੇ ਹੈ। ਇੱਕ ਤਾਂ ਆਪਣੇ ਜਾਤ ਬਰਾਦਰੀ ਦੇ ਨਾਂ ਦੇ ਉੱਤੇ ਜਿਹੜੀਆਂ ਜੋਬਾਂ ਮਿਲਦੀਆਂ, ਨੌਕਰੀਆਂ ਮਿਲਦੀਆਂ, ਉਹਨੂੰ ਤਾਂ ਆਪਾਂ ਦੇਖਦੇ ਹੀ ਆ ਰਹੇ ਹਾਂ। ਪਰ ਇਹ ਇੱਕ ਬੜੀ ਵੱਡੀ ਗੱਲ ਹੈਗੀ ਆ ਕਿ ਜੇ ਤੁਸੀਂ ਕੰਮ ਕੀਤਾ ਤਾਂ ਤੁਸੀਂ ਹੱਕਦਾਰ ਹੋ, ਭਾਵੇਂ ਤੁਸੀਂ ਸਰਕਾਰੀ ਨਹੀਂ ਕੀਤਾ। ਹੁਣ ਸਰਕਾਰੀ ਸਾਰਿਆਂ ਨੂੰ ਨੌਕਰੀ ਤਾਂ ਨਹੀਂ ਮਿਲਦੀ। ਕਿੰਨੇ ਸਾਡੇ ਬੇਰੁਜ਼ਗਾਰ ਅਧਿਆਪਕ ਜਾਂ ਫਿਰ ਹੋਰ ਮਹਿਕਮਿਆਂ ਦੇ ਜਿਹੜੇ ਧਰਨੇ ਲਾਉਂਦੇ ਫਿਰਦੇ ਨੇ, ਅੱਜ ਭਗਵੰਤ ਮਾਨ ਹੋਰਾਂ ਦੇ ਘਰ ਦੇ ਅੱਗੇ ਨੇ, ਕਿਸੇ ਵੇਲੇ ਕੈਪਟਨ ਦੇ ਘਰ ਦੇ ਅੱਗੇ ਹੁੰਦੇ ਸੀਗੇ ਕਿ ਸਾਨੂੰ ਪੱਕਿਆਂ ਕੀਤਾ ਜਾਵੇ। ਸੋ ਇਹ ਸਾਰੇ ਲੋਕ ਜਿਹੜੇ ਨੇ ਕਿਤੇ ਨਾ ਕਿਤੇ ਜਿਨ੍ਹਾਂ ਨੇ ਦੇਸ਼ ਵਾਸਤੇ ਕੰਟਰੀਬਿਊਸ਼ਨ ਟੈਕਸ ਭਰ ਕੇ ਕੀਤਾ ਹੁੰਦਾ ਹੈ, ਉਹ ਬਜ਼ੁਰਗ ਹੋਣ ਤੋਂ ਬਾਅਦ ਹਰ ਕੋਈ ਜਿਹੜਾ ਪੈਨਸ਼ਨ ਦਾ ਹੱਕਦਾਰ ਹੁੰਦਾ ਹੈ। ਹੁਣ ਭਗਵੰਤ ਮਾਨ ਸਰਕਾਰ ਦੇ ਉੱਤੇ ਇਹ ਬੜੀ ਵੱਡੀ ਆਪਾਂ ਇੱਕ ਚੈਲੰਜ ਇਹਨਾਂ ਨੂੰ ਕਰ ਦਿੰਦੇ ਆ। ਜੇ ਤੁਸੀਂ ਚੈਲੰਜ ਕਹੋ ਤਾਂ ਆਪਾਂ ਚੈਲੰਜ ਦਾ ਨਾਮ ਦੇ ਦਿੰਦੇ ਆ ਕਿ ਜੇ ਤੁਸੀਂ ਕਹਿੰਦੇ ਹੋ ਕਿ ਅਮਰੀਕਾ ਸਾਡਾ ਮੋਡਿਊਲ ਫੋਲੋ ਕਰਦਾ ਹੈ, ਮੁਹੱਲਾ ਕਲੀਨਿਕ ਵਾਲਾ, ਜਾਂ ਕੋਈ ਹੋਰ ਤੁਹਾਡਾ ਜਿਹੜਾ ਕੀਤਾ ਹੋਇਆ ਕੰਮ ਬਾਹਰਲੀ ਕੰਟਰੀ ਜਿਹੜੀ ਹੈ, ਬਾਹਰਲੇ ਦੇਸ਼ ਨੇ ਉਹ ਫੋਲੋ ਕਰਦੇ ਆ, ਤਾਂ ਤੁਸੀਂ ਵੀ ਇੱਕ ਚੰਗੀ ਚੀਜ਼ ਫੋਲੋ ਕਰੋ। ਫਿਰ ਅਸੀਂ ਮੰਨਦੇ ਆ ਕਿ ਤੁਸੀਂ ਵਾਕਿਆ ਹੀ ਡੈਮੋਕ੍ਰੇਸੀ ਦੇ ਨਾਲ ਵਾਕਿਆ ਇੱਕ ਨਵੇਂ ਤਰੀਕੇ ਦੀ ਜਿਹੜੀ ਰਾਜਨੀਤੀ ਹੈ ਉਹ ਲੈ ਕੇ ਆਏ ਹੋ ਪੰਜਾਬ 'ਚ। ਫਰਜ਼ ਤੁਹਾਡਾ ਇਹ ਹੋਣਾ ਚਾਹੀਦਾ, ਜੇ ਅੱਜ ਤੁਸੀਂ ਸਰਕਾਰੀ ਮੁਲਾਜ਼ਮਾਂ ਦੀ ਗੱਲ ਕੀਤੀ ਹੈ, ਤਾਂ ਪ੍ਰਾਈਵੇਟ ਸੈਕਟਰ ਦੇ ਵਿੱਚ ਕੰਮ ਕਰਨ ਵਾਲੇ ਲੋਕ ਨੇ, ਚਾਹੇ ਤੁਹਾਡੇ ਵਰਗੇ ਜਾਂ ਮੇਰੇ ਵਰਗੇ ਲੋਕ ਨੇ ਜਿਹੜੇ ਆਪਣਾ ਕੰਮ ਕਰਦੇ ਆ, ਚਾਹੇ ਅਸੀਂ ਕਿਤੇ ਕਿਸੇ ਦੇ ਘਰ ਸਫਾਈ ਕਿਉਂ ਨਾ ਕਰਦੇ ਹੋਈਏ, ਸਾਡਾ ਮਤਲਬ ਕਲੀਨਿੰਗ ਦਾ ਹੀ ਕੰਮ ਕਿਉਂ ਨਾ ਹੋਵੇ, ਚਾਹ ਦਾ ਖੋਖਾ ਹੀ ਕਿਉਂ ਨਾ ਹੋਵੇ, ਜਿਸ ਬੰਦੇ ਨੇ ਟੈਕਸ ਭਰਿਆ ਤਾਂ ਉਹਦੀ ਪੈਨਸ਼ਨ ਦਾ ਇੰਤਜ਼ਾਮ ਤੁਸੀਂ ਕਰੋ। ਫਿਰ ਅਸੀਂ ਬਣ ਸਕਦੇ ਹਾਂ ਵੀ ਭਾਈ ਇੱਕ ਬਹੁਤ ਵੱਡਾ ਕੰਮ ਜਿਹੜਾ ਇਤਿਹਾਸ ਬਣਾਉਣ ਵਾਲਾ ਕੰਮ ਜਿਹੜਾ ਉਹ ਤੁਸੀਂ ਕਰਕੇ ਪੰਜਾਬ ਵਾਸਤੇ ਜਾਓਗੇ, ਤੇ ਤੁਹਾਨੂੰ ਦੇਖ ਕੇ ਜਿਹੜੀਆਂ ਦੂਜੀਆਂ ਸਟੇਟਾਂ ਵੀ ਫੋਲੋ ਕਰਨਗੀਆਂ। ਸੋ ਗਰੀਬ ਦੀ ਕਿਤੇ ਨਾ ਕਿਤੇ ਆਪਾਂ ਕਹਿ ਲਈਏ ਭਈ ਸਾਰੀ ਜ਼ਿੰਦਗੀ ਜਿਹੜੀ ਰੋਲਣ ਦੇ ਵਿੱਚ ਲੰਘ ਜਾਂਦੀ ਹੈ, ਘੱਟੋ ਘੱਟ ਉਹਦਾ ਬੁਢਾਪਾ ਜਿਹੜਾ ਹੈ ਉਹ ਸੇਫ ਹੋ ਜਾਊਗਾ। ਸੋ ਇਹ ਕੰਮ ਜਿਹੜਾ ਕਰਨਾ ਚਾਹੀਦਾ, ਨਾ ਕਿ ਸਿਰਫ ਸਰਕਾਰੀ ਅਧਿਕਾਰੀਆਂ ਦੀ, ਮੁਲਾਜ਼ਮਾਂ ਦੀ ਜਿਹੜੀ ਆਪਾਂ ਪੈਨਸ਼ਨ ਦੁਬਾਰਾ ਲਾ ਦਿੱਤੀ ਹੈ। ਸੋ ਪ੍ਰਾਈਵੇਟ ਜਿਹੜੇ ਕੰਮ ਕਰਨ ਵਾਲੇ ਉਹ ਵੀ ਬੰਦੇ ਹੀ ਨੇ, ਉਹ ਕੋਈ ਜਾਨਵਰ ਨਹੀਂ, ਜਾਂ ਫਿਰ ਕਿਤੇ ਦੂਸਰੀ ਦੁਨੀਆ 'ਚ ਨਹੀਂ ਆਏ ਹੋਏ ਵੀ ਜਿਨ੍ਹਾਂ ਬਾਰੇ ਤੁਸੀਂ ਸੋਚਣਾ ਨਹੀਂ ਹੈ। ਤੁਸੀਂ ਸਰਕਾਰ ਸਾਰਿਆਂ ਦੀ, ਉਹ ਵੋਟਾਂ ਤੁਹਾਨੂੰ ਸਾਰਿਆਂ ਨੇ ਦਿੱਤੀਆਂ। ਸੋ ਤੁਹਾਡਾ ਫਰਜ਼ ਬਣਦਾ ਹਰ ਇੱਕ ਦਾ ਫਿਊਚਰ, ਹਰ ਇੱਕ ਦਾ ਪ੍ਰੈਜ਼ੈਂਟ ਜਿਹੜਾ ਹੈ ਉਹ ਸੇਵ ਕਰਨਾ। ਜੀ ਬਿਲਕੁਲ। ਸਿਰਫ ਤੁਸੀਂ ਗੱਲਬਾਤ ਕੀਤੀ ਕਿ ਪੈਨਸ਼ਨ ਹੀ ਮਿਲ ਜਾਂਦੀ ਹੈ, ਸਿਰਫ ਪੈਨਸ਼ਨ ਨਹੀਂ ਮਿਲਦੀ। ਸਰਕਾਰੀ ਅਧਿਕਾਰੀਆਂ ਦੀ ਗੱਲਬਾਤ ਕਰੀਏ, ਮਿਲਣੇ ਚਾਹੀਦੇ ਨੇ। ਮੈਂ ਮੇਰੇ ਨਹੀਂ ਕਹਿੰਦਾ ਕਿ ਮੇਰੇ ਦਾ ਕੋਈ ਵਿਰੋਧ ਹੈ, ਪਰ ਉਦਾਂ ਗੱਲ ਕਰੀਏ ਤਾਂ ਉਹਨੂੰ ਕਈ ਤਰ੍ਹਾਂ ਦੇ ਭੱਤੇ ਮਿਲਦੇ ਨੇ, ਉਹਨੂੰ ਡਰਾਈਵਰ ਭੱਤੇ ਮਿਲਦੇ ਨੇ, ਆਉਣ ਜਾਣ ਦੇ ਭੱਤੇ ਮਿਲਦੇ ਨੇ, ਉਹਨੂੰ ਮੈਡੀਕਲ ਭੱਤੇ ਮਿਲ ਜਾਂਦੇ ਨੇ, ਤੇ ਬਹੁਤ ਕੁਝ ਮਿਲ ਜਾਂਦਾ ਹੈ, ਮਿਲਣਾ ਚਾਹੀਦਾ। ਵਿਰੋਧ ਜਾਂਦਾ ਕਿ ਆਮ ਇਨਸਾਨ ਦੀ ਜਿਹੜਾ ਕੋਈ ਸਰਕਾਰੀ ਨੌਕਰੀ ਨਹੀਂ ਹੈ, ਉਹਨਾਂ ਦੀ ਵੀ ਗੱਲਬਾਤ ਹੁੰਦੀ ਹੈ, ਉਹਨਾਂ ਦੀ ਵੀ ਸਰਕਾਰ ਨੂੰ ਉਹਨਾਂ ਬਾਰੇ ਦੇਖਣਾ ਚਾਹੀਦਾ। ਤੇ ਜਗਜੀਤ ਸਿੰਘ ਜੀ, ਅਗਲੇ ਪੁਆਇੰਟ ਤੇ ਆਬਾਦੀਆਂ ਆਪਣਾ ਅਗਲਾ ਪੁਆਇੰਟ ਹੈ ਇਸਦਾ, ਇਹ ਹੈ ਕਿ ਕੇਜਰੀਵਾਲ ਵੱਲੋਂ ਕਿਹਾ ਗਿਆ ਕਿ ਆਮ ਆਦਮੀ ਪਾਰਟੀ 2024 ਦੀਆਂ ਜੋ ਲੋਕ ਸਭਾ ਚੋਣਾਂ ਨੇ ਉਹ ਇਕੱਲੀਆਂ ਲੜੇਗੀ ਅਤੇ ਸਰਕਾਰ ਬਣਾਏਗੀ। ਕਿਵੇਂ ਦੇਖਦੇ ਹੋ? ਕੋਈ ਸ਼ੱਕ ਨਹੀਂ ਇਹਦੇ ਵਿੱਚ, ਚੋਣਾਂ ਸ਼ਾਇਦ ਉਹ ਆਮ ਆਦਮੀ ਪਾਰਟੀ ਜਿਹੜਾ ਉਹ ਇਕੱਲਿਆਂ ਲੜੇਗੀ, ਪਰ ਸਰਕਾਰ ਬਣਾਉਣ ਵਾਲੀ ਜਿਹੜੀ ਗੱਲ ਹੈ ਉਹ ਹਜੇ ਤੱਕ ਹਰ ਇੱਕ ਜਿਹੜੀ ਪਾਰਟੀ ਹੁੰਦੀ ਉਹ ਦਾਅਵਾ ਕਰਦੀ ਹੁੰਦੀ ਹੈ ਕਿ ਇਸ ਵਾਰ ਸਾਡੀ ਸਰਕਾਰ ਹੈ, ਅਸੀਂ ਇੰਨੀਆਂ ਸੀਟਾਂ ਦੇ ਨਾਲ ਬਹੁਮਤ ਲੈ ਕੇ ਸੱਤਾ ਦੇ ਵਿੱਚ ਆਵਾਂਗੇ। ਇਹ ਦਾਅਵੇ ਨਾ ਕੀਤੇ ਜਾਣ ਤਾਂ ਫਿਰ ਤਾਂ ਇਹਨਾਂ ਨੂੰ ਕੋਈ ਵੋਟ ਨਾ ਪਵੇ। ਹਰ ਇੱਕ ਜਿਹੜਾ ਆਪਾਂ ਇਹ ਕਹਿ ਸਕਦੇ ਹਾਂ ਵੀ ਚੋਣ ਲੜਨ ਵਾਲਾ ਜਿਹੜਾ ਹੁੰਦਾ ਹੈ ਕਿਸੇ ਵੀ ਪਾਰਟੀ ਵੱਲੋਂ ਹੋਵੇ, ਉਹ ਦਾਅਵਾ ਕਰਦਾ, ਆਪਣੇ ਇਲਾਕੇ ਦੇ ਵਿੱਚ ਘੁੰਮਦਾ ਵੀ ਉਹ ਇਹ ਦਾਅਵਾ ਕਰਦਾ ਵੀ ਇਸ ਵਾਰ ਜਿਹੜੀ ਹੈ ਉਹ ਮੈਂ ਜਿੱਤਾਂਗਾ ਤੇ ਇੰਨੀਆਂ ਜਿਹੜੀਆਂ ਵੋਟਾਂ ਮੈਨੂੰ ਪੈਣਗੀਆਂ, ਤੁਹਾਡੇ ਆਹ ਕੰਮ ਕੀਤੇ ਜਾਣਗੇ। ਸੋ ਦਾਅਵਾ ਬਹੁਤ ਸੋਹਣਾ ਹੈ ਅਰਵਿੰਦ ਕੇਜਰੀਵਾਲ ਹੋਰਾਂ ਦਾ, ਬਹੁਤ ਸੋਹਣਾ ਦਾਅਵਾ ਕਿ ਉਹ ਇਸ ਵਾਰ 24 ਦੇ ਵਿੱਚ ਇਕੱਲਿਆਂ ਸਰਕਾਰ ਬਣਾਉਣਗੇ। ਸੋ ਇਹ ਸਾਰਾ ਕੁਝ ਸੁਣਨ ਨੂੰ ਬਹੁਤ ਵਧੀਆ ਲੱਗਦਾ, ਪਰ ਕਿਤੇ ਨਾ ਕਿਤੇ ਹਜੇ ਬਹੁਤ ਕੁਝ ਕਰਨ ਵਾਲਾ ਹੈ, ਕਿਉਂਕਿ ਅਰਵਿੰਦ ਕੇਜਰੀਵਾਲ ਤੇ ਆਮ ਆਦਮੀ ਪਾਰਟੀ ਇਹ ਮਹਿਸੂਸ ਕਰਦੀ ਹੈ ਕਿ ਪੰਜਾਬ ਜਿੱਤਣ ਤੋਂ ਬਾਅਦ ਦੇਸ਼ ਜਿੱਤਣਾ ਸਾਡੇ ਲਈ ਹੁਣ ਔਖਾ ਨਹੀਂ ਰਹਿ ਗਿਆ, ਕਿਉਂਕਿ ਪੰਜਾਬ ਹੀ ਰਾਜਨੀਤੀ ਦਾ ਮੁੱਢ ਵੀ ਹੈ। ਜੇਕਰ ਤੁਸੀਂ ਬਹੁਤ ਸਾਰੇ ਸੰਦਰਭ ਦੇ ਵਿੱਚ ਇਹਨੂੰ ਦੇਖਦੇ ਹੋ ਨਾ, ਤੇ ਪੰਜਾਬ ਜਿੱਤਣਾ ਜਿਹੜਾ ਹੈ ਉਹ ਕਿਸੇ ਵੀ ਪਾਰਟੀ ਵਾਸਤੇ ਇੱਕ ਚੈਲੰਜ ਹੁੰਦਾ ਹੈ। ਤੇ ਜਿਹੜਾ ਬੰਦਾ ਪੰਜਾਬ ਜਿੱਤ ਲੈਂਦਾ ਹੈ, ਪਰ ਉਹਨੂੰ ਲੱਗਦਾ ਕਿ ਹਾਂ ਵਾਕਈ ਅਸੀਂ ਹੁਣ ਦੇਸ਼ ਜਿੱਤ ਲਵਾਂਗੇ, ਪਰ ਕਿਤੇ ਨਾ ਕਿਤੇ ਆ ਜਿਹੜੀ ਆਮ ਆਦਮੀ ਪਾਰਟੀ ਹੈ ਉਹਨੂੰ ਬਹੁਤ ਲੌਂਗ ਟਾਈਮ ਹਜੇ ਕੰਮ ਕਰਨਾ ਪਊਗਾ। ਉਹਦੇ ਕਾਰਨ ਕਈ ਨੇ। ਇੱਕ ਤਾਂ ਆਪਸੀ ਜਿਹੜੀ ਇਹਨਾਂ ਦਾ ਤਾਲਮੇਲ ਹੈ ਉਹਦੀ ਕਮੀ ਹੈ। ਪੰਜਾਬ 'ਚ ਵੀ ਆਪਾਂ ਦੇਖਿਆ ਕਿ ਬਹੁਤ ਤਾਲਮੇਲ ਦੀ ਕਮੀ ਹੈ। ਬੜੇ ਵਧੀਆ ਜਿਹੜੇ ਲੀਡਰ ਸੀਗੇ ਪਾਰਟੀ ਦੇ, ਉਹਨਾਂ ਨੂੰ ਕੱਢ ਕੇ ਬਾਹਰ ਮਾਰਿਆ ਗਿਆ। ਤੇ ਜੋ ਹੁਣ ਪੰਜਾਬ ਦੇ ਵਿੱਚ ਕੀਤਾ ਜਾ ਰਿਹਾ, ਬਹੁਤ ਕੁਛ ਹੈ, ਬੜੀਆਂ ਗੱਲਾਂ ਨੇ ਜੇਕਰ ਆਪਾਂ ਇੱਕ ਖੋਲ ਕੇ ਰੱਖ ਦਈਏ। ਸੋ ਬਹੁਤ ਕੁਛ ਹੈ ਜਿਹੜਾ ਐਸਾ ਜੋ ਲੋਕਾਂ ਨੂੰ ਪਸੰਦ ਨਹੀਂ ਵੀ ਆ ਰਿਹਾ। ਸੋ ਇਹ ਚੀਜ਼ਾਂ ਦਿਖਾ ਕੇ ਜਾਂ ਫਿਰ ਆਪਾਂ ਕਹਿ ਲਈਏ ਵੀ ਸਿਰਫ ਇਸ਼ਤਿਹਾਰਬਾਜ਼ੀ ਕਰਕੇ ਦੂਜੀਆਂ ਸਟੇਟਾਂ ਦੇ ਵਿੱਚ ਆਪਾਂ ਦੇਖਿਆ ਕਿ ਕਿੰਨੀਆਂ
ਵੱਖ-ਵੱਖ ਭਾਸ਼ਾਵਾਂ ਦੀਆਂ ਅਖਬਾਰਾਂ ਜਿਹੜੀਆਂ ਸੋਸ਼ਲ ਮੀਡੀਆ ਤੇ ਵਾਇਰਲ ਹੁੰਦੀਆਂ ਰਹਿੰਦੀਆਂ, ਜਿਹਦੇ ਵਿੱਚ ਆਮ ਆਦਮੀ ਪਾਰਟੀ ਪੰਜਾਬ ਦਾਅਵੇ ਕਰਦੀ ਹੈ ਕੰਮ ਕਰਨ ਦੇ, ਪਰ ਜਦੋਂ ਪੰਜਾਬ ਦੇ ਲੋਕਾਂ ਨੂੰ ਪੁੱਛ ਕੇ ਦੇਖਦੇ ਆ ਤਾਂ ਉਹ ਕੰਮ ਹਜੇ ਪੂਰੇ ਨਹੀਂ ਹੋਏ। ਪੂਰੇ ਕੀ ਮਤਲਬ, ਆਪਾਂ ਬਹੁਤ ਸਾਰੇ ਕੰਮ ਕਹਿ ਲੈਂਦੇ ਆ ਵੀ ਉਹਨਾਂ ਦੀ ਸ਼ੁਰੂਆਤ ਵੀ ਨਹੀਂ ਹੋਈ ਹੈਗੀ। ਸੋ ਮੁਹੱਲਾ ਕਲੀਨਿਕ ਜਿਹੜੇ ਹੈ ਨੇ ਉਹਨਾਂ ਦੇ ਵੀ ਅੱਗੋਂ ਕਿੱਦਾਂ ਦੀ ਕਾਰਗੁਜ਼ਾਰੀ ਹੈਗੀ ਹੈ। ਪੈਨਸ਼ਨ ਜਿਹੜਾ ਵਨ ਮੈਨ ਵਨ ਪੈਨਸ਼ਨ ਵਾਲੀ ਜਿਹੜੀ ਇੱਕ ਸਕੀਮ ਸੀਗੀ, ਉਹ ਵੀ ਉਸੇ ਤਰੀਕੇ ਨਾਲ ਪਈ ਹੋਈ ਹੈ। ਸੋ ਬਾਕੀ ਬਹੁਤ ਸਾਰੀਆਂ ਨੇ, ਜਿੰਨੀਆਂ ਵੀ ਤੁਸੀਂ ਗੱਲਾਂ ਕਰ ਲਓ ਘੱਟ ਨੇ। ਸੋ ਸਿਰਫ ਇਸ਼ਤਿਹਾਰਬਾਜ਼ੀ ਦੇ ਸਿਰ ਦੇ ਉੱਤੇ ਦੇਸ਼ ਜਿੱਤਣਾ ਜਿਹੜਾ ਹੈ ਉਹ ਮੈਨੂੰ ਨਹੀਂ ਲੱਗਦਾ ਵੀ ਇੰਨਾ ਸੌਖਾ ਹੈਗਾ, ਕਿਉਂਕਿ ਦੂਸਰੇ ਪਾਸੇ ਜਿਹੜੀ ਇੱਕ ਧਨਾੜ ਵੱਡੇ ਰਸੂਖ ਵਾਲੀ ਪਾਰਟੀ ਬੈਠੀ ਹੈ, ਜਿਹਦੇ ਕੋਲ ਹਰ ਪਾਸਿਓਂ ਜਿਹੜੇ ਸੀਮਤ ਸਾਧਨ ਨੇ, ਚਾਹੇ ਉਹ ਆਪਾਂ ਮਾਇਆ ਪੱਖੋਂ ਕਹਿ ਲਈਏ, ਮਤਲਬ ਉਹ ਸਟਰੋਂਗ ਨੇ। ਉਸ ਤੋਂ ਬਾਅਦ ਦੇਸ਼ ਦੇ ਵਿੱਚ ਬਹੁਮਤ ਹੈ, ਕਿਉਂਕਿ ਬਹੁ ਗਿਣਤੀ ਦੇ ਨਾਲ ਰਿਲੇਟਡ ਇਹ ਪਾਰਟੀ ਜਿਹੜੀ ਬੀਜੇਪੀ ਹੈ। ਉਸ ਤੋਂ ਬਾਅਦ ਆਰਐਸਐਸ ਦੀ ਸਪੋਰਟ ਹੈ। ਸੋ ਜਿਸ ਏਜੰਡੇ ਨੂੰ ਉਹ ਲੈ ਕੇ ਚੱਲੇ ਹੋਏ ਨੇ, ਤੇ ਬਹੁਤ ਸਾਰਾ ਜਿਹੜਾ ਭਾਰਤ ਦੀ ਜਿਹੜੀ ਵੱਡੀ ਪਾਪੂਲੇਸ਼ਨ ਹੈ ਉਹ ਜਿਹੜੀ ਹੈ ਸਹਿਯੋਗ ਕਰਦੀ ਹੈ ਨਰਿੰਦਰ ਮੋਦੀ ਦੇ ਨਾਲ। ਸੋ ਉਹਨਾਂ ਦਾ ਵੀ ਇੱਕ ਬੜਾ ਵੱਡਾ ਪਲਾਨ ਹੈਗਾ, 2050 ਤੱਕ ਦਾ ਪਲਾਨ ਉਹ ਲੈ ਕੇ ਚੱਲੇ ਹੋਏ ਨੇ ਕਿ ਅਸੀਂ ਕੀ ਤਬਦੀਲੀਆਂ ਦੇਸ਼ ਦੇ ਵਿੱਚ ਲਿਆਉਣੀਆਂ ਨੇ। ਜਿਹੜੇ ਕਿਸਾਨੀ ਜਿਹੜੇ ਬਿੱਲ ਸੀ ਉਹਦੇ ਵਿੱਚੋਂ ਸੀ 370, ਉਹਦੇ ਵਿੱਚੋਂ ਸੀ। ਹੋਰ ਜਿਹੜੀਆਂ ਤਬਦੀਲੀਆਂ ਨੇ ਆਲਰੇਡੀ ਆ ਚੁੱਕੀਆਂ ਜਾਂ ਆ ਰਹੀਆਂ ਨੇ, ਉਹ ਟਾਈਮ ਟੂ ਟਾਈਮ ਬੀਜੇਪੀ ਜਿਹੜੀ ਹੈ ਲੈ ਕੇ ਆਏਗੀ। ਜੇ ਹੁਣ ਬੀਜੇਪੀ ਨੂੰ ਸੁਣ ਲਓ ਤੁਸੀਂ, ਉਹਨਾਂ ਦੇ ਵੱਡੇ ਅਧਿਕਾਰੀ ਵੀ ਇਹ ਕਹਿੰਦੇ ਵੀ ਭਾਈ ਸਾਡਾ ਤਾਂ ਏਜੰਡਾ, ਅਸੀਂ 2050 ਤੱਕ ਇਸ ਦੇਸ਼ ਦੇ ਵਿੱਚ ਆਹ ਕੰਮ ਕਰਨਾ ਹੈ, ਆਹ ਕੰਮ ਕਰਨਾ ਹੈ। ਸੋ ਉਹ ਵੀ ਇਹ ਦਾਅਵਾ ਕਰ ਰਹੇ ਆ। ਹੁਣ ਅਰਵਿੰਦ ਕੇਜਰੀਵਾਲ ਹੋਰੀ ਵੀ ਇਹ ਦਾਅਵਾ ਕਰ ਰਹੇ ਆ। ਸੋ ਟੱਕਰ ਤਾਂ ਬਣੂਗੀ, ਪਰ ਜਿੱਥੋਂ ਤੱਕ ਇਹ ਕਹਿ ਰਹੇ ਨੇ ਵੀ ਭਾਈ ਅਸੀਂ ਬਣਾ ਲਾਂਗੇ ਸਰਕਾਰ 24 ਦੇ ਵਿੱਚ, ਤਾਂ ਮੈਨੂੰ ਨਹੀਂ ਲੱਗਦਾ ਵੀ ਇੰਨਾ ਸੌਖਾ ਇਹਨਾਂ ਵਾਸਤੇ ਹੈ। ਕਿਉਂਕਿ ਪਿਛਲੇ ਟਾਈਮ ਵੀ ਆਪਾਂ ਦੇਖਿਆ, 2014 ਦੇ ਵਿੱਚ ਵੀ, 17 ਦੇ ਵਿੱਚ ਵੀ ਆਪਾਂ ਦੇਖਿਆ ਕਿ ਦੂਸਰੀਆਂ ਸਟੇਟਾਂ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਕਿੰਨਾ ਕੁ ਕਿਤੇ ਬਹੁਮਤ ਜਿਹੜਾ ਹੈ ਉਹ ਮਿਲ ਗਿਆ, ਕਿੰਨੀਆਂ ਕੁ ਸੀਟਾਂ ਮਿਲ ਗਈਆਂ। ਸੋ ਇਹ ਆਪਾਂ ਜਾਣਦੇ ਆ। ਸੋ ਸਮਾਂ ਲੱਗੂਗਾ, ਸ਼ਾਇਦ ਆਉਣ ਵਾਲੇ ਟਾਈਮ ਦੇ ਵਿੱਚ ਕਰ ਪਾਉਣ, ਪਰ ਫਿਲਹਾਲ ਦੀ ਘੜੀ ਬਹੁਤ ਔਖਾ ਹੈ। ਦਲਜੀਤ ਸਿੰਘ, ਮੇਰਾ ਆਖਰੀ ਸਵਾਲ ਹੈ। ਮੈਂ ਚਾਹੁੰਦਾ ਥੋੜੇ ਦੇ ਸਮੇਂ ਵਿੱਚ ਤੁਸੀਂ ਸਵਾਲ ਦਾ ਜਵਾਬ ਦੇ ਦਿਓ। ਸਮੇਂ ਦੀ ਘੜੀ ਆਪਾਂ ਨੂੰ ਹੋਰ ਇਜਾਜ਼ਤ ਨਹੀਂ ਦਿੰਦੀਆਂ। ਮੇਰਾ ਸਵਾਲ ਹੈ ਕਿ ਤੁਹਾਡੇ ਯੂਕੇ ਦੇ ਵਿੱਚ ਭਾਰਤ ਪਾਕਿਸਤਾਨ ਦੇ ਮੈਚ ਤੋਂ ਬਾਅਦ ਮੇਰੇ ਖਿਆਲ ਤੋਂ ਇੱਕ ਉੱਥੇ ਵਿਵਾਦ ਹੋਇਆ ਸੀਗਾ ਹਿੰਦੂ ਤੇ ਮੁਸਲਮਾਨਾਂ ਦਾ। ਉਹ ਵਿਵਾਦ ਨੂੰ ਤੁਸੀਂ ਯੂਕੇ ਨੂੰ ਤੁਸੀਂ ਨੇੜੋਂ ਦੇਖਿਆ ਹੋਊਗਾ, ਕੀ ਕਾਰਨ ਸੀ, ਕਿਉਂ ਹੋਇਆ ਅਤੇ ਕੀ ਕੁਝ ਉੱਥੇ ਨਤੀਜੇ ਨਿਕਲ ਕੇ ਆਏ? ਇਹਦੇ ਚ ਨਾ ਇਹ ਬਹੁਤ ਸੋਹਣਾ ਸਵਾਲ ਹੈ, ਚਾਹੇ ਅਸੀਂ ਭੁੱਲ ਜਾਂਦੇ, ਪਰ ਚਲੋ ਇਹਦੇ ਉੱਤੇ ਆਪਾਂ ਗੱਲ ਕਰਦੇ ਹਾਂ। ਸਾਡੇ ਲੋਕ ਨੇ ਨਾ ਜਿਹੜੇ, ਚਾਹੇ ਆਪਾਂ ਇੰਡੀਅਨ ਮੈਂਟੈਲਿਟੀ ਦੇ ਲੋਕ ਕਹਿ ਲਈਏ ਜਾਂ ਫਿਰ ਪਾਕਿਸਤਾਨ, ਇਹ ਸਾਡੀ ਜੇ ਆਪਾਂ ਕਹਿ ਲਈਏ ਬੈਕਗਰਾਉਂਡ ਸਾਡਾ ਇੱਕ ਹੈ। ਅਸੀਂ ਇਹਨਾਂ ਕੰਟਰੀਜ਼ ਦੇ ਵਿੱਚ ਆ ਤਾਂ ਜਾਂਦੇ ਹਾਂ, ਪਰ ਇੱਥੋਂ ਦੇ ਤੌਰ ਤਰੀਕੇ ਸਿੱਖਣ ਤੋਂ ਕਿਤੇ ਨਾ ਕਿਤੇ ਅਸੀਂ ਆ ਕੀ ਆ। ਸਾਡੇ ਵਿੱਚ ਜਿਹੜੀ ਉਹ ਚੀਜ਼, ਜਿਹੜੀ ਈਗੋ, ਇੱਕ ਦੂਸਰੇ ਦੇ ਖਿਲਾਫ ਜ਼ਹਿਰ ਹੈ ਜਿਹੜਾ, ਕਿਉਂਕਿ ਕੰਟੀਨਿਊ ਭਰਿਆ ਜਾ ਰਿਹਾ ਮੀਡੀਆ ਵੱਲੋਂ, ਇਹ ਜ਼ਹਿਰ ਜਿਹੜਾ ਕੰਟੀਨਿਊ ਭਰਿਆ ਜਾ ਰਿਹਾ ਨੈਸ਼ਨਲ ਮੀਡੀਆ, ਚਾਹੇ ਉਹ ਭਾਰਤ ਦਾ ਚਾਹੇ ਹੈਗਾ ਪਾਕਿਸਤਾਨ ਦਾ। ਸੋ ਇਹ ਇੱਕ ਦੂਜੇ ਦੇ ਖਿਲਾਫ ਦੁਸ਼ਮਣੀ ਜਿਵੇਂ ਦੱਸਦੇ ਆ ਕਿ ਇੱਕ ਭਾਈ, ਇਹ ਤਾਂ ਇੱਕ ਮੀਡੀਆ ਦੂਸਰਿਆਂ ਨੂੰ ਰਾਖਸ਼ ਦੱਸ ਰਿਹਾ ਵੀ ਇਹ ਰਾਖਸ਼ ਨੇ, ਉਹਨਾਂ ਦਾ ਮੀਡੀਆ ਇਹਨਾਂ ਨੂੰ ਰਾਖਸ਼ ਦੱਸ ਰਿਹਾ ਕਿ ਇਹ ਰਾਖਸ਼ ਨੇ। ਮਤਲਬ ਕਿ ਇੰਨੀ ਜ਼ਿਆਦਾ ਨਫ਼ਰਤ ਇਹਨਾਂ ਦੇ ਵਿੱਚ ਫੈਲਾਈ ਹੋਈ ਹੈ, ਜੋ ਇਹਨਾਂ ਪੀਸਫੁਲ ਕੰਟਰੀਆਂ ਦੇ ਵਿੱਚ ਵੀ ਆ ਕੇ ਇਹ ਬਾਜ਼ ਨਹੀਂ ਆਉਂਦੇ। ਸੋ ਹੁਣ ਤੁਸੀਂ ਦੇਖੋ ਵੀ ਇੱਕ ਕ੍ਰਿਕਟ ਮੈਚ ਹੋਇਆ, ਕ੍ਰਿਕਟ ਮੈਚ ਦੇ ਵਿੱਚ ਹਾਰ ਜਿੱਤ ਬਣੀ ਹੈ। ਸੋ ਉਹ ਹਾਰ ਜਿੱਤ ਤੋਂ ਬਾਅਦ ਤੁਸੀਂ ਇੱਕ ਦੂਸਰੇ ਦੇ ਉੱਤੇ ਅਟੈਕ ਕਰਨ ਲੱਗ ਪਓ। ਇਹ ਹੈਰਾਨ ਨੇ ਲੋਕ ਯੂਕੇ ਦੇ, ਇੱਥੋਂ ਦਾ ਪੁਲਿਸ ਪ੍ਰਸ਼ਾਸਨ ਵੀ ਹੈਰਾਨ ਹੈ, ਇੱਥੋਂ ਦੀ ਮਿਨਿਸਟਰੀ ਵੀ ਹੈਰਾਨ ਹੋ ਗਈ ਹੈ ਵੀ ਭਾਈ ਤੁਸੀਂ ਬੰਦੇ ਕਿਹੋ ਜਿਹੇ ਹੋ, ਤੁਹਾਨੂੰ 20 ਸਾਲ 50 ਸਾਲ ਇੱਥੇ ਰਹਿੰਦੇ ਨੂੰ ਹੋ ਗਏ ਆ, ਤੁਹਾਡਾ ਇੰਨਾ ਕੁ ਵੀ ਜਿਹੜਾ ਹੈ ਮੈਂਟੈਲਿਟੀ ਦੇ ਤੌਰ ਤੇ ਤੁਸੀਂ ਬਦਲੇ ਨਹੀਂ। ਬ੍ਰਿਟਿਸ਼ ਲੋਕਾਂ ਦੇ ਵਿੱਚ ਰਹਿ ਕੇ ਇਹ ਸ਼ਾਂਤ ਲੋਕ ਨੇ, ਬੜੇ ਕਾਮ ਰਹਿਣ ਵਾਲੇ ਲੋਕ ਨੇ, ਇਹ ਤਾਂ ਇਹੋ ਜਿਹੀਆਂ ਗੱਲਾਂ ਨੂੰ ਇਗਨੋਰ ਕਰਦੇ ਨੇ। ਨਾ ਧਰਮ ਪਿੱਛੇ ਲੜਾਈਆਂ ਹੁੰਦੀਆਂ, ਨਾ ਆਪਸੀ ਦੇਸ਼ਾਂ ਦੀਆਂ ਏਦਾਂ ਲੜਾਈਆਂ ਹੁੰਦੀਆਂ। ਸੋ ਇਹ ਤਾਂ ਇੱਕ ਆਪਾਂ ਜ਼ਾਹਲਪੁਣੇ ਦੀ ਉਦਾਹਰਣ ਕਹਿ ਲੈਂਦੇ ਆ ਵੀ ਜਿਹੜੀ ਇੰਗਲੈਂਡ ਦੇ ਵਿੱਚ ਦੇਖੀ ਗਈ ਹੈ। ਜਿਵੇਂ ਜਿੱਥੇ ਆਪਾਂ ਭਾਰਤੀ ਹਿੰਦੂਆਂ ਦੀ ਗੱਲ ਕਰਦੇ ਹਾਂ, ਉੱਥੇ ਪਾਕਿਸਤਾਨ ਦੇ ਜਿਹੜੇ ਲੋਕ ਨੇ, ਤੁਹਾਨੂੰ ਮੈਂ ਇਹ ਵੀ ਦੱਸ ਦੇਣਾ ਚਾਹੁੰਦਾ ਜਿਹੜੇ ਅਸਲ ਦੇ ਵਿੱਚ ਉਹ ਲੋਕ ਕੌਣ ਨੇ, ਮੈਂ ਤੁਹਾਨੂੰ ਦੱਸਦਾ। ਲੈਸਟਰ ਸ਼ਹਿਰ ਹੈ, ਇੰਗਲੈਂਡ ਦਾ ਲੈਸਟਰ ਸ਼ਹਿਰ ਹੈ, ਉੱਥੇ ਇਹ ਘਟਨਾ ਵਾਪਰੀ ਹੈ। ਸੋ ਲੈਸਟਰ ਦੇ ਵਿੱਚ ਗੁਜਰਾਤੀ ਮੂਲ ਦੇ ਲੋਕ ਨੇ ਜਿਹੜੇ ਤਾਜ਼ੇ ਭਾਰਤ ਤੋਂ ਆਏ ਨੇ। ਆਪਣੀ ਐਜੂਕੇਸ਼ਨ ਦੇ ਲੈਵਲ ਦੇ ਉੱਤੇ ਆਪਾਂ ਕਹਿ ਲਈਏ ਕਿ ਉਹਨਾਂ ਨੇ ਇੱਥੇ ਨੌਕਰੀਆਂ ਲੈ ਲਈਆਂ, ਪਰ ਕੋਈ ਵੱਡੇ ਲੈਵਲ ਦੀ ਕੋਈ ਕਰਦਾ, ਕੋਈ ਨਰਸਿੰਗ ਹੋਮ ਦੇ ਵਿੱਚ ਹੈ, ਕੋਈ ਪੈਟਰੋਲ ਪੰਪ ਦੇ ਉੱਤੇ ਕੰਮ ਕਰ ਰਿਹਾ। ਗੁਜਰਾਤੀਆਂ ਦੀ ਗੱਲ ਕਰਦਾ ਮੈਂ। ਸੋ ਇਹ ਉਹ ਲੋਕ ਨੇ, ਪਰ ਇਹ ਸਾਰੇ ਹਿੰਦੂ ਨੇ। ਦੂਸਰੇ ਪਾਸੇ ਜਿਹੜੀ ਪਾਕਿਸਤਾਨੀ ਕਮਿਊਨਿਟੀ ਦੇ ਲੋਕ ਇਹਨਾਂ ਦੇ ਨਾਲ ਆਮੋ ਸਾਹਮਣੇ ਹੋਏ ਆ, ਉਹਨਾਂ ਦੀਆਂ ਤੀਜੀਆਂ ਪੀੜ੍ਹੀਆਂ ਨੇ ਅੱਗੇ ਚੱਲੀਆਂ ਹੋਈਆਂ। ਮਤਲਬ ਆਪਾਂ ਇਹ ਕਹਿ ਲਈਏ ਵੀ ਉਹ ਪੰਜਾਬ ਤੋਂ, ਭਾਰਤ ਤੋਂ ਸਿੱਧੇ ਨਹੀਂ ਆਏ, ਪਾਕਿਸਤਾਨ ਤੋਂ ਨਹੀਂ ਆਏ ਹੋਏ, ਉਹਨਾਂ ਦੀਆਂ ਦੂਜੀਆਂ ਤੀਜੀਆਂ ਪੀੜ੍ਹੀਆਂ ਅੱਗੇ ਚੱਲ ਪਈਆਂ। ਸੋ ਉਹਨਾਂ ਦੇ ਵਿੱਚ ਵੀ ਨਫ਼ਰਤ ਉਸੇ ਤਰੀਕੇ ਦੇ ਨਾਲ ਬਰਕਰਾਰ ਹੈ,
ਪਰ ਦੂਜੇ ਪਾਸੇ ਜਿਹੜੀ ਸਾਡਾ ਨੈਸ਼ਨਲ ਮੀਡੀਆ ਹਰ ਵੇਲੇ ਸਾਨੂੰ ਸਾਡੇ ਵਿੱਚ ਜ਼ਹਿਰ ਭਰਦਾ ਰਹਿੰਦਾ ਭਾਰਤੀ ਹਿੰਦੂਆਂ ਦੇ ਵਿੱਚ ਕਿ ਇਹ ਭਾਈ ਮੁਸਲਮਾਨ ਵੀ ਐ ਨੇ ਤੇ ਜਿਹੜੇ ਸਿੱਖ ਨੇ ਉਹ ਘੱਟ ਗਿਣਤੀ ਐ ਨੇ। ਤੁਸੀਂ ਦੇਖਿਆ ਹੋਣਾ ਕਿ ਜਦੋਂ ਕੋਈ ਗੱਲਬਾਤ ਹੋ ਜਾਂਦੀ ਹੈ ਸਿੱਖਾਂ ਦੇ ਖਿਲਾਫ ਤਾਂ ਇੱਕ ਕਮੈਂਟ ਆਉਂਦਾ ਹੁੰਦਾ ਤੁਹਾਨੂੰ 84 ਯਾਦ ਕਰਾ ਦਿਆਂਗੇ। ਸੋ ਇਹ ਮੈਂਟੈਲਿਟੀ ਜਿਹੜੀ ਆ ਸਾਡੇ ਵਿੱਚੋਂ ਕਿਤੇ ਗਈ ਨਹੀਂ ਹੈ, ਚਾਹੇ ਉਹ ਭਾਰਤੀ ਹਿੰਦੂ ਹੋਣ ਚਾਹੇ ਪਾਕਿਸਤਾਨੀ ਹੋਣ, ਭਾਵੇਂ ਇਹਨਾਂ ਨੂੰ ਕਿੰਨੀ ਦੇਰ ਇੱਥੇ ਰਹਿੰਦਿਆਂ ਨੂੰ ਹੋ ਗਈ ਹੈ। ਸੋ ਹੁਣ ਆਮੋ ਸਾਹਮਣੇ ਹੋ ਗਏ, ਇੱਕ ਮੈਚ ਹੁੰਦਾ ਉਸ ਤੋਂ ਬਾਅਦ ਆਮੋ ਸਾਹਮਣੇ ਹੋਏ, ਇੱਕ ਦੂਸਰੇ ਦੇ ਉੱਤੇ ਅਟੈਕ ਹੋਏ, ਪੱਥਰ ਮਾਰੇ ਗਏ, ਬੋਤਲਾਂ ਸੁੱਟੀਆਂ ਗਈਆਂ। ਮਤਲਬ ਤੁਸੀਂ ਇਦਾਂ ਦਾ ਦੇਖ ਲਓ ਵੀ ਲੈਸਟਰ ਸ਼ਹਿਰ ਦੇ ਜਿਹੜੇ ਗੋਰੇ ਨੇ, ਬ੍ਰਿਟਿਸ਼ ਗੋਰੇ ਨੇ, ਉਹ ਕਿਵੇਂ ਦੇਖਦੇ ਹੋਣਗੇ, ਕਿਉਂਕਿ ਪੁਲਿਸ ਨੇ ਐਲਾਨ ਕਰ ਦਿੱਤਾ ਸੀ ਇੱਕ ਐਮਰਜੈਂਸੀ ਲਾ ਕੇ ਕਿ ਸਾਰੇ ਲੋਕ ਘਰਾਂ ਦੇ ਵਿੱਚ ਰਹੋ, ਬਾਹਰ ਨਾ ਆਇਓ ਕਿਉਂਕਿ ਬਾਹਰ ਮਾਹੌਲ ਜਿਹੜਾ ਖਰਾਬ ਹੈ। ਕਿਉਂ ਖਰਾਬ ਹੈ? ਕਿਉਂਕਿ ਦੋ ਕਮਿਊਨਿਟੀਆਂ ਇੱਕ ਮੈਚ ਦੇ ਪਿੱਛੇ ਲੜ ਪਈਆਂ। ਦੱਸੋ ਕਿੱਡੀ ਹਾਸੋਹੀਣੀ ਗੱਲ ਵੀ ਹੈ ਤੇ ਕਿੱਡੀ ਇੱਕ ਜ਼ਾਹਿਲਪੁਣੇ ਦੀ ਉਦਾਹਰਨ ਵੀ ਜਿਹੜੀ ਹੈ ਉਹ ਅਸੀਂ ਦੇ ਰਹੇ ਹਾਂ। ਇਹਦੇ ਵਿੱਚ ਮੈਂ ਇੱਕ ਹੋਰ ਪੁਆਇੰਟ ਹੁਣ ਮੈਂ ਐਡ ਕਰ ਦਿੰਦਾ। ਪਿਛਲੇ ਦਿਨੀ ਇੱਕ ਨਿਹੰਗ ਸਿੰਘ ਨੇ ਸ਼ਰਾਬ ਪੀਤੀ ਹੋਈ ਸੀ ਤੇ ਪੰਜਾਬ ਦੇ ਤੇ ਨੈਸ਼ਨਲ ਮੀਡੀਆ ਨੇ ਉਹਨੂੰ ਬਹੁਤ ਵੱਡੇ ਪੱਧਰ ਦੇ ਉੱਤੇ ਇਸ਼ਾਰਿਆ ਕਿ ਇਹ ਨਿਹੰਗ ਸਿੰਘ ਨੇ ਸ਼ਰਾਬ ਪੀਤੀ ਹੈ, ਦੇਖੋ ਨਿਹੰਗਾਂ ਵਾਲਾ ਬਾਣਾ ਪਾ ਕੇ ਸ਼ਰਾਬ ਪੀਤੀ ਹੋਈ ਹੈ। ਮਤਲਬ ਉਹ ਇੰਨਾ ਜ਼ਿਆਦਾ ਸਿੱਖ ਕੌਮ ਦਾ ਜਲੂਸ ਕੱਢਣ ਦੀ ਕੋਸ਼ਿਸ਼ ਹੈ ਕਿ ਇਹ ਸਿੱਖ ਕੌਮ ਜਿਹੜੀ ਹੈ ਡਿਮੋਰਲਾਈਜ਼ ਹੋ ਜਾਵੇ, ਕਿ ਇਹ ਜਿਹੜੀ ਸੋਚਣ ਕਿ ਸਾਡੇ ਲੋਕ ਤਾਂ ਇਦਾਂ ਦੇ ਹੀ ਆ, ਅਸੀਂ ਤਾਂ ਗੰਦੇ ਹੀ ਆ, ਅਸੀਂ ਤਾਂ ਗੁੱਟ ਵੱਢ ਦਿੰਦੇ ਆ। ਸੋ ਹੁਣ ਆਹ ਜਿਹੜੀ ਘਟਨਾ ਹੈ ਇਹਦੇ ਵਿੱਚ ਕਿਸੇ ਵੀ ਨੈਸ਼ਨਲ ਮੀਡੀਆ ਨੇ ਜਾਂ ਕਿਸੇ ਵੀ ਪੰਜਾਬੀ ਮੀਡੀਆ ਨੇ ਇਹ ਨਹੀਂ ਕਿਹਾ ਵੀ ਭਾਈ ਸਾਡੇ ਭਾਰਤੀ ਹਿੰਦੂ ਉੱਥੇ ਜਾ ਕੇ ਲੜ ਰਹੇ ਨੇ ਇੱਕ ਮੈਚ ਕਰਕੇ। ਸੋ ਦੇਖੋ ਜਦੋਂ ਘੱਟ ਗਿਣਤੀਆਂ ਦੀ ਗੱਲ ਆਉਂਦੀ ਹੈ ਵੱਡੀਆਂ ਵੱਡੀਆਂ ਖਬਰਾਂ ਬਣਾ ਕੇ ਪੇਸ਼ ਕੀਤੀਆਂ ਜਾਂਦੀਆਂ, ਪਰ ਹੁਣ ਜਦੋਂ ਆਹ ਜ਼ਾਹਲਪੁਣੇ ਦੀ ਉਦਾਹਰਨ ਦੇ ਰਹੇ ਆ ਇਹ ਬਾਹਰਲੀਆਂ ਕੰਟਰੀਆਂ ਦੇ ਵਿੱਚ ਆ ਕੇ ਵੀ, ਤਾਂ ਇਹਨੂੰ ਵੱਡੇ ਵੱਡੇ ਪੱਧਰ ਦੇ ਉੱਤੇ ਵੀ ਨਹੀਂ, ਛੋਟੇ ਪੱਧਰ ਦੇ ਉੱਤੇ ਵੀ ਨਹੀਂ ਦਿਖਾਇਆ ਜਾ ਰਿਹਾ। ਸੋ ਇਹ ਦੇਖੋ ਤੁਸੀਂ ਮੀਡੀਆ ਵੀ ਕਿਸ ਤਰ੍ਹਾਂ ਰਿਐਕਟ ਕਰਦਾ ਹੈ। ਹੁਣ ਲੜਾਈ ਪਵਾਉਣ ਵਾਲਾ ਵੀ ਮੈਂ ਕਹਿੰਦਾ ਮੀਡੀਆ ਹੀ ਹੈ, ਜਿਹੜਾ ਹਰ ਵੇਲੇ ਪਾਕਿਸਤਾਨ ਨੂੰ ਸ਼ੈਤਾਨ ਤੇ ਪਾਕਿਸਤਾਨੀ ਭਾਰਤ ਨੂੰ ਸ਼ੈਤਾਨ ਦੱਸਦੇ ਆ, ਤੇ ਅੱਜ ਜਦੋਂ ਲੜਾਈ ਪੈ ਚੁੱਕੀ ਹੈ ਤੇ ਹੁਣ ਇਹ ਪਿੱਛੇ ਹੋ ਕੇ ਬਹਿ ਗਏ, ਮਜ਼ਾ ਦੇਖ ਰਹੇ ਆ। ਸੋ ਕੋਈ ਖਬਰ ਨਹੀਂ ਲੱਗ ਰਹੀ, ਕੋਈ ਜਲੂਸ ਨਹੀਂ ਕੱਢਿਆ ਜਾ ਰਿਹਾ, ਪਰ ਜਦੋਂ ਘੱਟ ਗਿਣਤੀਆਂ ਦੀ ਗੱਲ ਆਉਂਦੀ ਹੈ ਤਾਂ ਉਦੋਂ ਫਿਰ ਸਾਰੀ ਕੌਮ ਨੂੰ ਬਲੇਮ ਕਰ ਦਿੱਤਾ ਜਾਂਦਾ ਹੈ। ਸੋ ਇਹ ਮੈਂਟੈਲਿਟੀ ਹੈ ਜਿਹੜੀ ਮੀਡੀਆ ਜਾਂ ਫਿਰ ਹੋਰਨਾਂ ਸਾਧਨਾਂ ਰਾਹੀਂ ਇੱਕ ਦੂਸਰੇ ਦੇ ਖਿਲਾਫ ਜ਼ਹਿਰ ਭਰਿਆ ਜਾ ਰਿਹਾ, ਪਰ ਛਵੀ ਖਰਾਬ ਹੋ ਰਹੀ ਹੈ। ਇੰਡੀਅਨ ਤੁਸੀਂ ਦੇਖੋਗੇ ਨਾ ਜੇ BBC ਜਾਂ ਫਿਰ ਵੱਡੇ ਜਿਹੜੇ ਇੰਟਰਨੈਸ਼ਨਲ ਨਿਊਜ਼ਪੇਪਰ ਨੇ ਉਹਦੇ ਵਿੱਚ ਸਾਫ਼ ਤੌਰ ਤੇ ਲਿਖਿਆ ਹੋਇਆ ਇੰਡੀਅਨ ਹਿੰਦੂਜ਼ ਤੇ ਦੂਸਰੇ ਪਾਸੇ ਪਾਕਿਸਤਾਨੀ ਮੁਸਲਿਮਸ, ਇਹਦੇ ਵਿੱਚ ਸਿੱਖਾਂ ਦਾ ਨਾਂ ਨਹੀਂ ਹੈ, ਸਿੱਖ ਇਹਦੇ ਵਿੱਚ ਨਹੀਂ ਗਏ, ਤੁਹਾਨੂੰ ਮੈਂ ਦੱਸ ਦਿੰਦਾ, ਇਹ ਕਲੀਅਰ ਕੱਟ ਹੈਗਾ। ਸੋ ਉਹਦੇ ਵਿੱਚ ਹੁਣ ਬਦਨਾਮੀ ਕਿਹਨਾਂ ਦੀ ਹੋ ਰਹੀ ਹੈ ਤੁਸੀਂ ਦੇਖ ਲਓ, ਕਿਉਂਕਿ ਜਿਹੜੀਆਂ ਇੰਟਰਨੈਸ਼ਨਲ ਅਖਬਾਰਾਂ ਦਿਖਾ ਰਹੀਆਂ ਉਹਦੇ ਵਿੱਚ ਉਸੇ ਕਮਿਊਨਿਟੀ ਦੀ ਬਦਨਾਮੀ ਹੋਣੀ ਹੈ। ਤੇ ਸਿੱਖ ਜਿਹੜੇ ਨੇ ਇਸ ਗੱਲੋਂ ਸਹਿਰਦ ਨੇ, ਉਹ ਇਹੋ ਜਿਹੇ ਕੰਮਾਂ ਦੇ ਵਿੱਚ ਲੜਦੇ ਨਹੀਂ ਬਾਹਰਲੀਆਂ ਕੰਟਰੀਆਂ ਦੇ ਵਿੱਚ ਆ ਕੇ। ਸੋ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਕਿਤੇ ਨਾ ਕਿਤੇ ਦੇਖਣ ਵਾਲੀਆਂ ਵੀ ਭਾਈ, ਜੇਕਰ ਤੁਸੀਂ ਅੱਜ 2022 ਦੇ ਵਿੱਚ ਬੈਠੇ ਹੋਏ ਹੋ, ਮੈਂਟੈਲਿਟੀ ਛੱਡੋ। ਜਿੱਥੇ ਤੁਸੀਂ ਕਹਿੰਦੇ ਹੋ ਕਿ ਦੁਨੀਆ ਇੰਟਰਨੈਸ਼ਨਲ ਪਿੰਡ ਬਣ ਚੁੱਕੀ ਹੈ ਤੇ ਪਿੰਡ ਦੇ ਵਿੱਚ ਆ ਕੇ ਤੁਸੀਂ ਬਾਹਰਲੀਆਂ ਕੰਟਰੀਆਂ ਚ ਆ ਕੇ ਉਹੀ ਆਪਣੀ ਜਿਹੜੀ ਸੋਚ ਲੈ ਕੇ ਆਏ ਹੋਏ ਹੋ ਭਾਰਤ ਜਾਂ ਫਿਰ ਪਾਕਿਸਤਾਨ ਤੋਂ, ਉਹ ਇਹਨਾਂ ਦੇਸ਼ਾਂ ਦੇ ਵਿੱਚ ਖਿਲਾਰ ਰਹੇ ਹੋ, ਤੇ ਕਿੱਡੀ ਕੁ ਸੁਹਿਰਦਤਾ ਵਾਲੀ ਗੱਲ ਹੈਗੀ ਆ। ਜੀ ਦਲਜੀਤ ਸਿੰਘ, ਤੁਸੀਂ ਕਾਫੀ ਗਹਿਰਾਈ ਦੇ ਵਿੱਚ ਸਾਰੇ ਚਲੋ ਕਿ ਵਿਸ਼ਿਆਂ ਤੇ ਆਪਣੀ ਚਰਚਾ ਕੀਤੀ ਹੈ, ਤੁਸੀਂ ਪੂਰਾ ਪੁਆਇੰਟ ਗੱਲਬਾਤ ਕੀਤੀ ਹੈ ਤੇ ਕਾਫੀ ਅਹਿਮ ਜਾਣਕਾਰੀਆਂ ਸਾਡੇ ਦਰਸ਼ਕਾਂ ਦੇ ਅੱਗੇ ਤੁਸੀਂ ਰੱਖੀਆਂ ਨੇ। ਤਾਂ ਪ੍ਰੋਗਰਾਮ ਦੇ ਵਿੱਚ ਜੋ ਸਮੇਂ ਆਪਣਾ ਹੋ ਚੁੱਕਿਆ ਤੇ ਹੁਣ ਤੁਹਾਡੇ ਤੋਂ ਇਜਾਜ਼ਤ ਲਵਾਂਗੇ। ਧੰਨਵਾਦ ਦਲਜੀਤ ਸਿੰਘ ਜੀ ਸਾਡੇ ਨਾਲ ਜੁੜਨ ਦੇ ਲਈ। ਧੰਨਵਾਦ ਜੀ, ਤੁਹਾਡਾ ਵੀ ਬਹੁਤ ਬਹੁਤ, ਸਾਡੇ ਦਰਸ਼ਕਾਂ ਦਾ ਵੀ ਬਹੁਤ ਬਹੁਤ ਧੰਨਵਾਦ। ਤਾਂ ਟੂ ਦਾ ਪੁਆਇੰਟ ਦੇਖ ਰਹੇ ਦਰਸ਼ਕਾਂ ਨੇ ਵੀ ਹੁਣ ਇਜਾਜ਼ਤ ਲਵਾਂਗੇ ਤੇ ਇਸੇ ਤਰੀਕੇ ਨਾਲ ਜਿੱਦਾਂ ਤੁਹਾਡੇ ਨਾਲ ਅੱਜ ਆਪਾਂ ਕਾਫੀ ਗਹਿਰਾਈ ਦੇ ਨਾਲ ਹਰੇਕ ਵਿਸ਼ੇ ਤੇ ਚਰਚਾ ਕੀਤੀ ਹੈ, ਚਾਹੇ ਉਹ ਪੰਜਾਬ ਦੀ ਪੰਜਾਬ ਦੀ ਜੋ ਕਿ ਯੂਨੀਵਰਸਿਟੀ ਹੈ ਉਸ ਦਾ ਮਸਲਾ ਹੋਵੇ, ਚਾਹੇ ਉਹ ਪੰਜਾਬ ਸਰਕਾਰ ਦੇ ਵੱਲੋਂ ਕੀਤੇ ਗਏ ਕੁਝ ਐਲਾਨ ਹੋਣ, ਚਾਹੇ ਯੂਕੇ ਦੇ ਵਿੱਚ ਹੋਵੇ, ਹਰ ਚੀਜ਼ ਦੇ ਵਿੱਚ ਅਸੀਂ ਤੁਹਾਨੂੰ ਇੱਕ ਗਹਿਰਾਈ ਦੇ ਨਾਲ ਇੱਕ ਵਿਸ਼ੇਸ਼ ਚਰਚਾ ਦਿੱਤੀ ਹੈ। ਜਿੱਦਾਂ ਕਿ ਦਲਜੀਤ ਸਿੰਘ ਖੁਦ ਯੂਕੇ ਰਹਿੰਦੇ ਨੇ, ਉੱਥੋਂ ਉਹਨਾਂ ਨੇ ਬੜਾ ਕਲੋਜ਼ਅਪ ਤੋਂ ਸਾਰਾ ਕੁਝ ਦੇਖਿਆ, ਸਮਝਿਆ ਕਿ ਉੱਥੇ ਅਸਲ ਦੇ ਵਿੱਚ ਹੈ ਕੀ ਸੀ, ਤੇ ਫਿਰ ਉਹ ਗਹਿਰਾਈ ਵਿੱਚ ਜਾ ਕੇ ਤੁਹਾਡੇ ਅੱਗੇ ਵਿਚਾਰ ਚਰਚਾ ਕੀਤੀ ਜਾਂਦੀਆਂ ਨੇ। ਇਸ ਲਈ ਅਸੀਂ ਵੀ ਤੁਹਾਡੇ ਤੋਂ ਇਹੀ ਉਮੀਦ ਕਰਦੇ ਹਾਂ ਕਿ ਅਜਿਹੀ ਵਿਚਾਰ ਚਰਚਾ ਸਾਨੂੰ ਵੀ ਖੁਸ਼ੀ ਹੋਵੇਗੀ, ਤੁਸੀਂ ਵੀਡੀਓ ਨੂੰ ਲਾਈਕ ਕਰੋਗੇ, ਸ਼ੇਅਰ ਕਰੋਗੇ ਵੱਧ ਤੋਂ ਵੱਧ, ਅਤੇ ਜਦੋਂ ਸ਼ੇਅਰ ਕਰੋਗੇ ਤੁਸੀਂ ਇਸ ਪ੍ਰੋਗਰਾਮ ਦੇ ਹਿੱਸਾ ਬਣ ਜਾਂਦੇ ਹੋ। ਤਾਂ ਤੁਹਾਡੇ ਤੋਂ ਅਸੀਂ ਇੰਨਾ ਕੁ ਐਕਸਪੈਕਟ ਕਰਾਂਗੇ, ਇੰਨਾ ਕੁ ਚਾਹਾਂਗੇ ਕਿ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ, ਤਾਂ ਸਾਨੂੰ ਵੀ ਥੋੜਾ ਹੌਸਲਾ ਮਿਲੇ, ਅਸੀਂ ਹੋਰ ਰਿਸਰਚਾਂ, ਹੋਰ ਇਨਫੋਰਮੇਸ਼ਨ ਤੁਹਾਡੇ ਅੱਗੇ ਲੈ ਕੇ ਆਈਏ। ਤਾਂ ਹੁਣ ਤੋਂ ਇਜਾਜ਼ਤ, ਧੰਨਵਾਦ।